तेरा कहो नानक सब तेरी वडियाई, कोई नाओ ना जाने मेरा। मैं तान दीवान तू है मेरे स्वामी, मैं तुझे आगे अरदास। मैं होर था नहीं जिस पे करूं विनंती, मेरा दुख सुख तुझ ही पास। मैं होर था नहीं जिस पे करूं विनंती, मेरा दुख सुख तुझ ही पास। हो आया दूर चल के मैं सुनाए जियो, मैं आशा रखी चित में, मेरा सबो दुख गवाए जियो। सगल द्वार को छाड़ के कहो तुहारू द्वार, वाहें गहे की लाज यस। गोविंद दास तुहार, अब हम चली ठाकर पहार। जब हम शरण प्रभु की आई, राख प्रभु पामे मार। लोगन की चितराई उपमा, देव संतर जार। कोई बुरा कहो हमें भला कहो, हाँ तन दियो है ठार। चरना नल जोड़ लो देखियो ना अवगण में, चरना नल जोड़ लो देखियो ना अवगण मेरे। चरना नल जोड़ लो देखियो ना अवगण मेरे, चरना नल जोड़ लो देखियो ना, चरना नल जोड़ लो देखियो ना अवगण मेरे, चरना नल जोड़ लो देखियो ना अवगण मेरे। चरना नल जोड़ लो देखियो ना अवगण मेरे, चरना नाल जोड़ लो देखियो ना अवगण मेरे। चरना नाल जोड़ लो देखियो ना अवगण मेरे, चरना नाल जोड़ लो देखियो ना, चरना नाल जोड़ लो देखियो ना अवगण मेरे, चरना नाल जोड़ लो देखियो ना अवगण मेरे। देखियो ना अवगण मेरे, देखियो ना अवगण मेरे, देखियो ना अवगण अवगण मेरे। देखियो ना अवगण मेरे, देखियो ना अवगण मेरे, देखियो ना अवगण मेरे, देखियो ना अवगण मेरे। देखियो ना अवगण मेरे, देखियो ना अवगण मेरे। चरना नल जोड़ लो देखियो ना अवगण मेरे,
ਚਰਨਾਂ ਨਾਲ ਜੋੜ ਲੋ, ਦੇਖਿਓ ਨਾ ਔਗਣ ਮੇਰੇ। 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 ਹਮ ਔਗਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਹੀ। ਮਾਇਆ ਮੋਹ ਭਰਮ ਪੈ ਭੁੱਲੇ, ਸੁਤਦਾਰਾ ਸਿਉ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤਰਾਸ ਮੜਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ, ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ। ਸੋ ਅੱਜ ਮੱਸਿਆ ਦਾ ਦਿਹਾੜਾ ਜੋ ਆਪਾਂ ਸੇਵਾ ਸਿਮਰਨ ਕਰਕੇ ਉਸ ਨੂੰ ਸਫਲਾ ਕਰਦੇ ਹਾਂ। ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਅੱਜ ਆਪਾਂ ਥੋੜੀ ਜਿਹੀ ਪਹਿਲਾਂ ਸਮਾਪਤੀ ਕਰਨੀ ਹੈ। ਸਾਰੇ ਆਪਾਂ ਹਾਜ਼ਰੀ ਲਵਾਈਏ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਕੇ। ਜਿੰਨੀਆਂ ਵੀ ਸੰਗਤਾਂ ਇੱਧਰ ਉੱਧਰ ਕੋਈ ਹਨ, ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਦੇ ਦਰਬਾਰ ਵਿੱਚ ਆ ਕੇ ਬੈਠੀਏ, ਗੁਰੂ ਦੇ ਸਨਮੁਖ ਹੋ ਕੇ ਬੈਠੀਏ ਕਿ ਆਪਾਂ ਪੂਰਾ ਲਾਭ ਸਕੀਏ। ਸੋ ਆਓ ਆਪਾਂ ਜਿਹੜੀ ਵਿਚਾਰ ਕਰਨੀ ਹੈ, ਕਿਉਂਕਿ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਬਾਣੀ ਨੂੰ ਪੜ੍ਹਨ ਵਾਲੇ ਬਹੁਤ ਨੇ, ਸੁਣਨ ਵਾਲੇ ਵੀ ਬਹੁਤ ਨੇ, ਪਰ ਮਹਾਰਾਜ ਕਹਿੰਦੇ ਬਾਣੀ ਦੀ ਵਿਚਾਰ ਕਰਨ ਵਾਲੇ ਕੋਈ ਵਿਰਲੇ ਗੁਰਮੁਖ ਨੇ। ਵਿਚਾਰ ਅਤੀ ਜ਼ਰੂਰੀ ਹੈ। ਵਿਚਾਰ ਨੇ ਹੀ ਸਾਡੇ ਦੁੱਖ ਕੱਟਣੇ ਨੇ, ਵਿਚਾਰ ਨੇ ਸਾਡੀਆਂ ਤੇ ਬਖਸ਼ਿਸ਼ਾਂ ਕਰਨੀਆਂ। ਵਿਚਾਰਨ ਵਾਸਤੇ ਸਾਨੂੰ ਬੁੱਧ ਦਿੱਤੀ ਹੈ ਪਰਮਾਤਮਾ ਨੇ, ਜਿਹਦੇ ਨਾਲ ਅਸੀਂ ਵਿਚਾਰ ਕਰ ਸਕਦੇ ਹਾਂ। ਇਹ ਮਨੁੱਖ ਕੋਲੇ ਹੀ ਹੈ, ਹੋਰ ਕਿਸੇ ਕੋਲੇ ਹੈ ਨਹੀਂ। ਮਨੁੱਖ ਦੇ ਤੋਂ ਕੰਮ ਨਹੀਂ ਲੈਂਦਾ। ਮਹਾਰਾਜ ਕਹਿੰਦੇ ਤੂੰ ਕੰਮ ਨਹੀਂ ਲਿਆ ਇਹਦੇ ਕੋਲੋਂ, ਆਪਣੇ ਹੱਥ ਦੇ ਆਪਾਂ ਹੱਥਾਂ ਤੋਂ ਕੰਮ ਹੀ ਨਾ ਲਈਏ। ਕੋਈ ਰੋਟੀ ਆਪਾਂ ਪੈ ਕੇ ਖਾਈਏ ਬਿਨਾਂ ਹੱਥਾਂ ਤੋਂ ਬੰਨ੍ਹ ਕੇ। ਫਿਰ ਮਹਾਰਾਜ ਕਹਿੰਦੇ ਮੈਂ ਤਾਂ ਤੈਨੂੰ ਦਿੱਤੇ ਨੇ, ਤਾਂ ਇਹ ਤੂੰ ਕੰਮ ਹੀ ਨਹੀਂ ਲਿਆ। ਅੱਖਾਂ ਪਰਮਾਤਮਾ ਨੇ ਦਿੱਤੀਆਂ ਨੇ, ਹੁਣ ਜੇ ਆਪਾਂ ਇਹਨਾਂ ਨੂੰ ਬੰਨ੍ਹ ਲਈਏ ਕੱਪੜੇ ਨਾਲ ਤੇ ਉੱਥੇ ਕੰਧਾਂ 'ਚ ਵੱਜਦੇ ਫਿਰੀਏ, ਠੇਡੇ ਖਾ ਕੇ ਡਿੱਗਦੇ ਫਿਰੀਏ, ਤੇ ਇਹ ਫਿਰ ਪਰਮਾਤਮਾ ਕਹਿੰਦਾ ਮੈਂ ਤਾਂ ਤੈਨੂੰ ਅੱਖਾਂ ਦਿੱਤੀਆਂ ਨੇ, ਤਾਂ ਇਹ ਕੰਮ ਹੀ ਨਹੀਂ ਲਿਆ। ਦਿਮਾਗ ਵੀ ਜਿਹੜਾ ਹੈ, ਜਿੰਨਾ ਕੁ ਵਾਹਿਗੁਰੂ ਨੇ ਦਿੱਤਾ ਹੈ, ਉਹ ਵੀ ਇਹ ਤੋਂ ਕੋਲੋਂ ਕੰਮ ਨਹੀਂ ਲੈਂਦੀ। ਬਹੁਤ ਦੁਨੀਆ ਤਾਂ ਇਹ ਵਿਹਲਾ ਹੀ ਪਿਆ ਹੈਗਾ, ਇਹ ਤੋਂ ਕੰਮ ਨਹੀਂ ਲੈ ਰਹੀ। ਜੇ ਲੈਂਦੇ ਵੀ ਹੈ ਤੇ ਪੁੱਠਾ ਕੰਮ ਉਹਦਾ ਉਧਰ ਅਕਲ ਵਰਤਣੀ, ਦੂਜੇ ਪਾਸੇ ਵਰਤਣੀ। ਤੋ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਤਾਂ ਤੈਨੂੰ ਸਾਰੀਆਂ ਚੀਜ਼ਾਂ ਪੂਰੀਆਂ ਦਿੱਤੀਆਂ ਨੇ, ਪਰ ਤੂੰ ਇਹਨਾਂ ਕੋਲੋਂ ਕੰਮ ਲੈ। ਹੱਥਾਂ ਤੋਂ ਕੰਮ ਲੈ, ਪੈਰਾਂ ਤੋਂ ਕੰਮ ਲੈ, ਜ਼ਬਾਨ ਤੋਂ ਕੰਮ ਲੈ। ਹੁਣ ਜ਼ਬਾਨ ਨਾਲ ਕੋਈ ਗਾਲਾਂ ਹੀ ਕੱਢੀ ਜਾਵੇ, ਲੈ ਇੱਥੋਂ ਲੱਗ ਜਾਓ ਗਾਲਾਂ ਕੱਢਣ, ਤੇ ਜਾਂਦੇ ਦੇ ਚਪੇੜੇ ਪੈਂਦੇ ਤੁਰੇ ਜਾਣਗੇ। ਹਰ ਇੱਕ ਧੱਕਾ ਹੀ ਮਾਰੂ, ਦੂਜੇ ਰਾਹ ਉਹਦੇ ਨੂੰ ਗਾਲ ਕੱਢੋ ਤੁਸੀਂ, ਉਹ ਖੜ ਜਾਵੇਂ ਕੰਮ ਤਾਂ ਫੇਰ ਕਰ ਲਓ, ਪਹਿਲਾਂ ਤੇਰਾ ਕੰਮ ਕਰ ਦੇ। ਹੁਣ ਜ਼ਬਾਨ ਤੋਂ ਜੇ ਮਿੱਠਾ ਬੋਲਾਂਗੇ, ਇਹਦੇ ਕੋਲੋਂ ਸਹੀ ਬੋਲਾਂਗੇ, ਤੇ ਇਹੀ ਜ਼ਬਾਨ ਜਿਹੜੀ ਗੁਰੂ ਮਹਾਰਾਜ ਕਹਿੰਦੇ ਸੁਤੜੇ ਅਸੰਖ ਝੂਠੀ ਮਾਇਆ ਕਾਰਨੇ, ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਨੇ। ਜੇ ਰਸਨਾ ਸਹੀ ਕੰਮ ਕਰਨ ਲੱਗ ਜੇ ਤੇ ਮਹਾਰਾਜ ਕਹਿੰਦੇ ਪਰਮਾਤਮਾ ਨੂੰ ਮਿਲਾ ਦਿੰਦੇ। ਇਹਦੇ ਨਾਲ ਪਰਮਾਤਮਾ ਦੀ ਉਸਤਤ ਕਰੋ, ਵਾਹਿਗੁਰੂ ਦਾ ਜਾਪ ਕਰਕੇ ਦੇਖੋ ਕੋਈ ਜ਼ਬਾਨ ਦੇ ਨਾਲ
ਜ਼ਬਾਨ ਦੇ ਨਾਲ ਪਰਮਾਤਮਾ ਦਾ ਨਾਮ ਜਪੋ। ਨਾਮ ਤਾਂ ਆਪਾਂ ਲੈਣੇ ਹੀ ਆ ਨਾ, ਕਿਸੇ ਨਾ ਕਿਸੇ ਚੀਜ਼ ਦਾ ਨਾਮ ਲੈਂਦੇ ਹੀ ਰਹਿੰਦੇ, ਆਪਾਂ ਵਿਚਾਰ ਨਹੀਂ ਕਰਦੇ। ਜਦ ਬੋਲਾਂਗੇ ਆਪਾਂ ਕਿਸੇ ਚੀਜ਼ ਦਾ ਨਾਮ ਲਵਾਂਗੇ, ਸ਼ਹਿਰ ਦਾ ਲੈ ਲਓ, ਪਿੰਡ ਚੋਂ ਲੈ ਲਓ, ਬੰਦੇ ਦਾ ਲੈ ਲਓ, ਕਿਸੇ ਕੰਮ ਦਾ ਲੈ ਲਓ, ਨਾ ਤਾਂ ਦੁਨੀਆ 'ਚ ਹੀ ਲਵਾਂਗੇ ਕਿਸੇ ਦਾ। ਜੇ ਕਿਤੇ ਇਹਨੂੰ ਛੱਡ ਕੇ ਦੁਨੀਆ ਦੇ ਨਾਵਾਂ ਨੂੰ, ਤੇ ਜਦੋਂ ਅਸੀਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਮਨ 'ਚ ਲਾ ਕੇ, ਤੇ ਇਹ ਜ਼ਬਾਨ ਦੇ ਨਾਲ ਜਪਿਆ ਹੋਇਆ ਨਾਮ ਹੈ ਜਿਹੜਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਮੇਰਾ ਕਹਿੰਦੇ ਸਿਮਰਨ ਕੀ ਹੈ, ਮੈਂ ਜ਼ਬਾਨ ਦੇ ਨਾਲ ਆਪਣੀ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਦਾ, ਜਿਹਦੇ ਨਾਲ ਨਾਨਕ ਨਾਮ ਧਿਆਈ ਹੈ ਕਾਰਜ ਆਵੈ। ਸਾਰੇ ਕਾਰਜ ਰਾਸ ਹੁੰਦੇ ਨੇ, ਸਾਰੀਆਂ ਬਖਸ਼ਾਂ ਮਿਲਦੀਆਂ ਨੇ, ਵੱਡੇ ਵੱਡੇ ਰੋਗ ਟੁੱਟਦੇ ਨੇ, ਪਰ ਪਰਮਾਤਮਾ ਦਾ ਨਾਮ ਜਪਣ ਦੇ ਨਾਲ। ਇਹਦੇ ਨਾਲ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਇੱਕ ਹੁੰਦੀ ਹੈ ਸਾਫ਼, ਦਾਤਣ ਨਾਲ, ਮੁਰਸ਼ ਨਾਲ, ਆਪਾਂ ਹੋਰ ਕਈ ਤਰ੍ਹਾਂ ਨਾਲ ਚੀਜ਼ ਸਾਫ਼ ਕਰਦੇ। ਇੱਕ ਹੁੰਦਾ ਸੁੱਚਾ, ਇੱਕ ਸਾਫ਼ ਕਰਨੀ ਹੁੰਦੀ ਹੈ, ਇੱਕ ਸੁੱਚੀ ਹੁੰਦੀ ਹੈ। ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ। ਇਹਦੇ ਨਾਲ ਪਵਿੱਤਰ ਹੁੰਦੀ ਹੈ, ਸੁੱਚੀ ਹੁੰਦੀ ਹੈ ਨਾਮ ਜਪਣ ਦੇ ਨਾਲ। ਆਓ ਗੁਰੂ ਪਿਆਰਿਓ, ਆਪਾਂ ਕੱਲ ਨੂੰ ਵਿਸਾਖੀ ਦਾ ਦਿਹਾੜਾ ਹੈ। ਵੈਸੇ ਕੱਲ ਪਿਛਲੀ ਵਾਰ ਆਪਾਂ 11 ਤਰੀਕ ਦੀ ਮੱਸਿਆ ਬੋਲਤੀ ਸੀ। ਬਹੁਤ ਸੰਗਤ ਕੱਲ ਆ ਕੇ, ਇੱਕ ਤਾਂ ਕੰਮ ਦੀ ਰੁੱਤ ਹੈ, ਕੱਲ ਸੁਖਮਨੀ ਸਾਹਿਬ ਦੇ ਪਾਠ ਸੀ ਐਤਵਾਰ ਦਾ ਕਰਕੇ, ਬਹੁਤ ਸੰਗਤ ਹਾਜ਼ਰੀ ਲਵਾ ਗਈ। ਇਸ ਕਰਕੇ ਫਿਰ ਕਹਿੰਦੇ 12 ਤਰੀਕ ਦੀ ਆਪਾਂ ਮੱਸਿਆ ਮਨਾਉਣੀ ਆ, ਕਿਉਂਕਿ ਆਪਾਂ ਜਿਹੜੀ 2 ਮੱਸਿਆ ਵੀ ਹੋਣ ਨਾ, ਜਿਹੜੀ ਉਹਦੀ ਪਿਛਲੀ ਮੱਸਿਆ ਹੁੰਦੀ ਉਹ ਮਨਾਉਣੇ ਹੁੰਦੇ ਆ। ਉਹ ਪਿਛਲੀ ਵਾਰ ਵਿਚਾਰ ਹੀ ਨਹੀਂ ਕੀਤੀ ਨਹੀਂ ਗਈ, ਉਹ ਜਿਵੇਂ ਆਇਆ ਸੀ ਉਹਨੇ ਬੋਲਤਾ। ਇਸ ਕਰਕੇ ਸੰਗਤ ਕੱਲ ਬਹੁਤ ਜਿਹੜੀ ਹਾਜ਼ਰੀ ਲਵਾ ਕੇ ਚਲੀ ਗਈ ਵੀ ਚਲੋ ਬੋਲਿਆ ਤਾਂ 11 ਤਰੀਕ ਦਾ ਹੀ। ਸੋ ਆਓ, ਕੱਲ ਨੂੰ ਵਿਸਾਖੀ ਦਾ ਦਿਹਾੜਾ ਹੈ, ਬਹੁਤ ਪਵਿੱਤਰ ਦਿਹਾੜਾ ਹੈ ਸਿੱਖ ਮੱਤ ਦੇ ਵਿੱਚ। ਇਸ ਦਿਨ ਬਹੁਤ ਵੱਡਾ ਪੇਪਰ ਹੋਇਆਗਾ। ਐ ਸਮਝ ਲਓ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ, ਗੁਰੂ ਪਾਤਸ਼ਾਹ ਮਹਾਰਾਜ ਸਿੱਖੀ ਦੀ ਪੜ੍ਹਾਈ ਪੜ੍ਹਾਉਣ ਲੱਗੇ, ਤੇ 10ਵੇਂ ਪਾਤਸ਼ਾਹ ਮਹਾਰਾਜ ਨੇ ਆ ਕੇ ਇਹਦੇ ਪੇਪਰ ਲਿਖੇ। ਬਹੁਤ ਜ਼ਬਰਦਸਤ ਜਿਹੜਾ ਗੁਰੂ ਪਾਤਸ਼ਾਹ ਨੇ ਪ੍ਰੀਖਿਆ ਹੋਈ ਹੈ, ਦੁਨੀਆ ਤੇ ਅੱਜ ਤੱਕ ਨਹੀਂ ਕੋਈ ਹੋਈ ਇਸ ਤਰ੍ਹਾਂ। ਸੰਸਾਰ ਦੇ ਉੱਤੇ ਧਰਮ ਬਹੁਤ ਨੇ, ਜਦ ਸਾਰੇ ਧਰਮਾਂ ਦੇ ਕਿਤੇ ਬੰਦੇ ਇਕੱਠੇ ਹੋ ਕੇ ਬੈਠਦੇ ਆ ਨਾ, ਤੇ ਉਸ ਵੇਲੇ ਗੁਰਮੁਖ ਪਿਆਰੋ ਸਿੱਖੀ ਦਾ ਝੰਡਾ ਉੱਚਾ ਝੁਲਦਾ ਸਾਰਿਆਂ ਦੇ ਵਿੱਚ। ਅਜੇ ਆਮ ਜਨਤਾ ਤਾਂ ਇੱਕ ਦੂਜੇ ਨੂੰ ਕੁਛ ਕਹੀ ਜਾਂਦੇ, ਕੁਛ ਕਹੀ ਜਾਂਦਾ, ਪਰ ਪਤਾ ਉੱਥੇ ਲੱਗਦਾ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਬੈਠਦੇ, ਜੋ ਵਿਚਾਰ ਕਰਦੇ ਆਪਣੇ ਆਪਣੇ ਧਰਮਾਂ ਦੀ। ਤੇ ਜਦੋਂ ਸਿੱਖੀ ਦੀ ਗੱਲ ਆਉਂਦੀ ਹੈ ਨਾ, ਫਿਰ ਪਤਾ ਲੱਗਦਾ ਵੀ ਕਿਸੇ ਧਰਮ ਦੇ ਵਿੱਚ ਐਸਾ ਗੁਰੂ ਨਹੀਂ ਹੋਇਆ ਜਿਹਨੇ ਸਾਰਾ ਕੁਝ ਹੀ ਵਾਰਤਾ ਹੋਵੇ। ਕੋਈ ਵੀ ਨਹੀਂ ਹੋਇਆ ਅਜੇ ਤੱਕ ਜਿਹਨੇ ਆਪਣਾ ਰੂਪ ਦੇ ਦਿੱਤਾ ਹੋਵੇ, ਜਿਹਨੇ ਆਪਣਾ ਰੂਪ ਆਪਦੇ ਵਰਗਾ ਹੀ ਬਣਾ ਲਿਆ ਹੋਵੇ। ਅੱਜ ਤੱਕ ਨਹੀਂ ਕੋਈ ਹੋਇਆ। ਖਾਲਸਾ ਮੇਰਾ ਰੂਪ ਹੈ, ਖਾਸ ਕਿਹਾ, ਖਾਸ। ਖਾਸ ਸ਼ਬਦ ਆਪਾਂ ਕਿੱਥੇ ਵਰਤਦੇ ਹਾਂ ਵੀ ਆਹ ਤਾਂ ਮੇਰਾ ਬੰਦਾ ਬਿਲਕੁਲ। ਘਰ ਦੇ ਵਿੱਚ ਕਈ ਮਾੜਾ ਵੀ ਕਰਨ ਲੱਗੇ ਹੋਏ ਨੇ, ਉਹ ਵੀ ਲੱਗੇ ਹੋਏ ਨੇ ਦਿਨ ਰਾਤ, ਉਹਦੇ ਵਾਸਤੇ ਵੀ ਬਾਣੀ ਦੇ ਵਿੱਚ ਵਿਚਾਰਾਂ ਨੇ। ਪਾਪ ਕਮਾਉਂਦੇ ਆ ਤੇ ਰੱਖੋ ਇਹ ਨਾ ਬੇਲੀ ਰਾਤ, ਤੇ ਹਾਕ ਮਾਰੇਗਾ ਪਾਪਾਂ ਨੂੰ ਕਰਨ ਵਾਲਿਆ, ਤੇ ਤੇਰਾ ਬੇਲੀ ਪਰਮੇਸ਼ਰ ਨੇ ਤੇਰੀ ਗੱਲ ਨਹੀਂ ਸੁਣਨੀ। ਫਿਰ ਇਹ ਲਾਂਭੇ ਜਾਂਦਾ, ਮੇਰੀ ਤਾਂ ਜੀ ਅਰਦਾਸ ਹੀ ਨਹੀਂ ਸੁਣੀ ਜਾਂਦੀ, ਮੇਰੀ ਤਾਂ ਜੀ ਆਹ ਨਹੀਂ ਹੁੰਦੀ, ਵੀ ਹੁੰਦੀ ਨਹੀਂ ਤੈਨੂੰ, ਤੂੰ ਸੁਣੀ ਕਈ ਵੀ ਨਹੀਂ ਸੁਣੀ ਗੱਲ। ਫਿਰ ਮੈਨੂੰ ਐਡਾ ਵੱਡਾ ਦੁੱਖ ਲੱਗ ਗਿਆ, ਮੈਨੂੰ ਆ ਵੀ ਪਾਪਾਂ ਦਾ ਫਲ ਦੁੱਖ ਲੱਗੂਗਾ। ਫਿਰ ਕਹਿਣਾ ਮੇਰੀ ਸੁਣਦਾ ਹੀ ਨਹੀਂ, ਲੈ ਮੈਂ ਐਂ ਕਰ ਦੂੰ, ਮੈਂ ਫਲਾਨਾ ਕਰ ਦਿੰਦਾ, ਐਂ ਕਰ ਦਿੰਦਾ, ਏਦਾਂ ਗੱਲ ਨਹੀਂ ਬਣਦੀ। ਮਹਾਰਾਜ ਕਹਿੰਦੇ ਤੇਰਾ ਬੇਲੀ ਹੈ ਨਾ, ਜਿਹੜਾ ਬੇਲੀ, ਜਿਹੜਾ ਅਸਲ ਦੇ ਵਿੱਚ ਪਰਮੇਸ਼ਰ ਸਾਥੀ ਹੈ ਸਭ ਦਾ, ਉਹ ਕਹਿੰਦਾ ਮੈਂ ਫਿਰ ਸਾਥ ਨਹੀਂ ਦੇਣਾ। ਇਸ ਕਰਕੇ ਪਾਪ ਕਮਾਉਂਦੇ ਆ, ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾ। ਕੋਈ ਨਹੀਂ ਬੇਲੀ ਹੁੰਦਾ, ਤਾਹਾਂ ਮਾਰਦਾ, ਰੋਂਦਾ, ਕਰਲਾਉਂਦਾ, ਪੁੱਛਦਾ ਹੀ ਨਹੀਂ। ਦੁਨੀਆ ਦੇ ਨੇੜਲੇ ਬੰਦੇ ਨੂੰ ਛੱਡ ਕੇ ਤੁਰ ਜਾਂਦੇ। ਤੋ ਇਸ ਕਰਕੇ ਉਹਨਾਂ ਦਾ ਵੀ ਜ਼ਿਕਰ ਕੀਤਾ ਤੇ ਉਹਨਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਇਸ ਜੀਵਨ ਨੂੰ ਸਫਲਾ ਕੀਤਾ।
जिन्हां ने सफला कीता ना सेवा कीती है, सिमरन कीता है, गुरु दे आखे लग के। हुण जदों पुछदा भी जिहड़े गुरु ने मेरा साथ देना धुर तक, उहदे वचन की है मेरे, वो की कहंदे ने, किद्दां खुश होणगे मेरे ते। गुरु की खुशी लैण वास्ते फिर वो उद्यम उपराले करदा है, सेवा है, सिमरन है, होर चंगे चंगे परोपकार करदा है, गुरु पातशाह महाराज दीआं खुशियां लैंदा। जद कोई किसी तरह का कोई वक्त भी आउंदा है ते वो भी गुरु पातशाह कहंदे अपने सेवक की आपे राखा है, आपे नाम जपावै, जय जय काज करत सेवक की तहां तहां उठता। दो तरह के लोग ने जिहड़े गुरसिख। आखिर नूं इत्थे आ जांदी है गल कि मेरा अंत समा आ जाना। अंत समय दे विच की है, की हुंदा है, आपां दुनिया दा सब कुछ छड्ड देना, आपां भी छड्डना। ये विचार करनी अति जरूरी है साडे वास्ते। दुनिया का सब कुछ छड्ड देना है, शरीर भी छड्ड देना है, घर बार भी छड्ड देना है, जिन्हां चीज़ां नूं बड़ा मोह करदे आ वो भी छड्ड देणीआं ने। आखिर दे विच साथी कौन है? वो गुरु है। आखिर गुरु ने रूह नूं संभाल लेना। उत्थे असल तो उस दिन पता लगता है भी महाराज मैनूं कहंदे सी अवर काज तेरा किता ना काम मिल साध संगत भज केवल नाम। अज इस गल दा निर्णय होता है। ये कलगीधर ने प्रतख गल्लां कीतियां ने। पहले गुरु तो लग जो तुसीं। महाराज इत्थों तक कहंदे आ रहे ने भी भाई तू इस चीज़ दे वल ध्यान रख, पहला मरण कबूल जीवन की छड्ड आस। ये झूठे पासे दी आस छड्ड दे। ये जग रचना सब झूठ है, पर इहदे विचों खिच के मन कोई सच नाल कोई जोड़दा वे झूठ नूं छड्ड दे। मन तो कोई लाउंदा इस नूं। जग रचना सब झूठ है, वे जो मन खिच के ना सच नाल जोड़ना। आद सच जुगाद सच है। वारी वारी माड़ा फेरन का मतलब ही ये है कि तेरे मूरे सच मूरे आ जाए, झूठ पिछे रहे। पहला मरण कबूल जीवन की छड्ड आस, होए सबना की रेण का तो आओ हमारा। ਇਹਦਾ पेपर भी बहुत औखा है, बहुत औखा इस पेपर चो पास होना। ते ਇਹਦੀ पदवी भी फिर बड़ी, फिर मिलता भी की है अविनाशी राज मिलता। बहुत आनंद की अवस्था मिलती है जिथे मौत भी नहीं होती, उत्थे पहुँचाते ने गुरु साहब। बाकी आ गल्लां तां छोटियां ने। मेरा कारज हो जे जी, मैं 10 दिन इत्थे भांडे मांज दूंगा जी, मैं आ कर दूंगा, ये तां निक्कियां निक्कियां गल्लां ने। तां वैसे ही ये चीज़ां मिल जांदियां गुरु घर रख। ये कोई बहुतियां वड्डियां नहीं हैं, है तो चलो अपने वास्ते वड्डियां, किसी के पुत्र नहीं जां कोई होर नहीं, कई तरह की होंदे, बड़ा कुछ सब कुछ मिलता गुरु के घर दे विचों। पर आ वड्डी दात दा गाहक कोई बनता जिहड़ी सब तो उपरली वस्तु है ना। महाराज कहंदे असल तो मैं तैनूं ये देनी चाहुंदा, पर इहदे समझ विच ही नहीं पैंदी है भी मैनूं महाराज एडी वस्तु दे रहे हैं, एडी वड्डी चीज़ दे रहे हैं। ये गाहक ही नहीं है इस चीज़। जिवें किसी दे कोई जावे, कोई आपां कहंदे राजे दे घर गया कोई मंगण वास्ते, कहंदे भी दस की दे दियां, वो कहंदा तूड़ी दी पंड दे दे। वो हस के कहण लग्या तो पिंड च मिल जानी सी गवांढियां नूं, तू मेरे कोले आया, मैं तेनों खुश होकर पुछया सी भी की मंगदा लै ला, ते तू तूड़ी दी पंड ती खड़ गया। बस वो भी एक पंड ही कल नूं मुक जूगी ला फेरे। तो ये चीज़ां साडियां गुरु तक इन्नियां की मंगां होंदियां। महाराज बस इन्ना की काम करदे ना, माड़ा जिहा इन्ना की बस बहुत है। महाराज कहते मैं तो तेनों बहुत बड़ी चीज़ देनी चाहना, पर तेरा भांडा ही नहीं एडा तैयार हो रहा, तू एडी चीज़ तेरा मन ही नहीं मंग रहा, मन मंग ही नहीं रही। गुरु गोबिंद सिंह पातशाह महाराज, 10वें पातशाह महाराज आनंदपुर साहिब की धरती के उत्ते ये 1699 नूं विसाखी वाला दिन है। महाराज ने सारिया संगतां नूं सद लिया, हुक्मनामे भेजे, जिहदे विच मुसलमान भी आए है, हिंदू भी आए है, जिन्ने सिख सी वो भी पहुंचे ने। बहुत वड्डा इकट्ठ है, सारा आसा पासा शहर जिहड़ा सी, इलाके पिंडां दे पिंड उठ के चले गए, जाके रौनक मेला देखते हैं। उत्थे गुरु के लंगर चलते ने, उत्थे 10वें पातशाह महाराज के बचन सुनांगे। सारे इस तरह के हिसाब नाल उत्थे बहुत बड़ा इकट्ठ होया हुआ।
दसवें पातशाह महाराज बहुत सोहने टेंट लगे ने, बहुत सोहने उस समय दे वेले जिन्हों देख के अखां ही दंग रह जाण। अज कल तो चलो आपां हुण लड़ियां आ गईयां, होर चीज़ां आ गईयां, सजावट वास्ते बहुत चीज़ां आ गईयां। उदों कनातां बणीआं हुंदियां ते ओह कनातां टेंट जिहड़ा लग्या बहुत ही सुंदर सी ते और उत्ते उहदे बैनर लाए गए। पढ़न वाला आके पढ़े कि पहला मरण कबूल जीवन की छड़ आस। किसी दे बाणी दा अंदरे किणका लंघ जे, कोई गाहक होवे इस चीज़ दा, अज लोड़ है क्योंकि अज परख लेनी। स्कूल च बच्चे रोज ही जाते पढ़न वास्ते, साल साल पढ़ी जाते, पर कोई दिन आ जाता उसका पेपर होता। पेपर पेपरां वाला भावें रोज पढ़ाउंदा होवे, पेपर दस के नहीं पाया जाता भी तैनूं आह सवाल पाउणा, कदे भी नहीं दसूगा टीचर। आईलैट्स के बच्चे जाते जिदे पेपर आउणा हुंदा ना उहदे नींद नहीं आउंदी, पता नहीं की पुछणगे, पता नहीं किहड़ा सवाल आऊगा। पेपर दस के नहीं पाया जाता हुंदा भी अज की पाउणा है। इसे तरह दसवें पातशाह महाराज कीर्तन हो रहा है, संगत आके मत्था टेक के सारा पंडाल भर गया। जदों ऐ नक्को नक पता लगे भी सारी लंगर पानी संगत छक के हुण पंडाल च आ गई है। बाहर कढ़ण दा मतलब यही है, हुण क्यों कढ़दे ने भी हुण किसी दा खून मंगदी। इहदे नाल अज हुण जदों बाहर कढ़दी सियाणे उहदी समझ गए, दूजिਆਂ ਨੂੰ दसना पैंदा, कईयां असूल हुंदे आ। जो दसवें पातशाह महाराज ने श्री साहब स्टेज के उत्ते कढ़ी कदे नहीं कढ़ी है, क्योंकि अज तो संगत नूं ज्ञान देना है, अज तो बचनां दे नाल संगत नूं दसना है, सेध देनी है। पर बहुत चिर हो गया हुण बचन सुणाउंदे नूं, अज परख लैणा, अज देखना है। अज कोई उपदेश नहीं हो रहा भी इउं करो इदां करो। अज तो यह है दसवें पातशाह महाराज स्टेज ते खड़ के एक गरजवी आवाज दे विच कहा, है कोई सिख का बेटा करे शीस भेटा। बई अज सिर चाहिए, आपां गुरु तो बहुत मंगा मंगदे हां, पुत्र दे दिओ जी, नौकरियां दे दिओ जी, आह कर दिओ जी, कारजा साडे कोल हुंदा नहीं जी। महाराज साडी किहने सुननी है, इत्थे सरकारां ने कित्थे सुणदियां ने। महाराज साडा तां निमाणिआं दा तू ही है, होर कोई आसरा नहीं। गुरु साहब कोले आके कुंडा खड़काईदा कि सतगुरु तुसीं किरपा करो। जिथे साडी भी पहुँच नहीं, असीं उत्थों उत्थों दीआं अरदासां भी करदे हां। विश्वास है मेरे सतगुरु, सब ते वड्डा सतगुरु नानक जिनकल राखी। तू सबना दे विच बैठा है, तू सबना दे विच बैठा है, आप किरपा कर। सारिਆਂ ਵਿੱਚ अफसरां विच भी तू ही है, जज्जां विच भी तू ही है, थां थां दे उत्ते तू सबनी थाई जिथे हो जाई। तू सच्चा सिरजण हार जीओ, तू सबना का दाता करम विधाता दुख विसारन हार जीओ। दुख विसारन हार स्वामी कीता जाका होवै, कोट कटंतर पापां केरे एक घड़ी में खोवै। हंस से हंसा बग से बग्गा घट घट करे विचार जियो। तू सबनी थाई जिथे हो जाई सच्चा सिरजण हार तू सारियां थावां ते तू ही तू है। आप किरपा करो। किन्ना कुछ आपां गुरु साहब तो मंगदे आ, किड्डे किड्डे गुरु पातशाह महाराज कारज करदे है, पर अज गुरु पातशाह महाराज ने मंगिया, अज गुरु साहब ने मंगिया। की मंगिया? सीस, सिर मंगे। सोची पै गया सारा पंडाल, सब सोचां च पाते एक बचन नाल। एक बचनी हुंदा बस गुरुआं दा महापुरखां दा। रतवाड़ा साहिब वाले ने एक बचन कीता सी स्टेज ते सारी संगत दे अखां 'च धारां चलदियां सी पानी दी। सारे मीह वांगू जिवें झड़ी लगी हुंदी ना, झड़ी भी आपां देखदे भी कड़ियां पैंदियां ने, ऐ अखां 'चों मीह पैंदा सी सब दे। मैं आप देखिआ, शायद तुहाडे विचों भी संगत अपनी भी जांदी है उत्थे, उन्हां ने देखिआ होना। एक बचन कहा सी बस ते लखां संगत दे अखां 'चों नाल दी नाल धारां चल पईआं पानी दी। अज एक बचन कहा गुरु पातशाह ने कि सिर चाहिए,
ਤੇ ਸਾਰੇ ਸੋਚਾਂ ਦੇ ਵਿੱਚ ਪੈ ਗਏ ਵੀ ਸਿਰ ਚਾਹੀਦਾ, ਤਲਵਾਰ ਹੱਥ ਦੇ ਵਿੱਚ, ਵੀ ਜੇ ਕਿਤੇ ਕਿਤੇ ਮਹਾਰਾਜ ਨੇ ਹੋਰ ਚੀਜ਼ ਮੰਗੀ ਹੁੰਦੀ, ਥਾਂ ਮੰਗਿਆ ਹੁੰਦਾ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ, ਕੋਈ ਗੁਰੂ ਕੇ ਲੰਗਰਾਂ ਵਾਸਤੇ ਜ਼ਮੀਨ ਮੰਗੀ ਹੁੰਦੀ, ਦੇ ਜਾਂਦੇ। ਕੋਈ ਪੈਸੇ ਮੰਗੇ ਹੁੰਦੇ, ਮੈਂ ਲਿਖਾ ਦਿੰਦਾ ਇੱਥੇ। ਜੇ ਕਿਤੇ ਕੋਈ ਹੀਰੇ ਮੋਤੀ ਸੋਨਾ ਚਾਂਦੀ ਮੰਗਿਆ ਹੁੰਦਾ, ਅਸੀਂ ਇੱਥੇ ਢੇਰ ਲਾ ਦੇਣਾ ਸੀ। ਹੁਣ ਸਾਰੀ ਸੰਗਤ ਨੇ ਦੇਖਿਆ, ਕਈ ਥਾਵਾਂ ਤੇ ਬੀਬੀਆਂ ਨੇ ਕੰਨਾਂ ਚੋਂ ਲਾ ਲਾ ਕੇ, ਹੱਥਾਂ ਚੋਂ ਲਾ ਲਾ ਕੇ ਢੇਰ ਲਾ ਦਿੱਤੇ। ਸੰਤਾਂ ਨੇ ਕਿਹਾ ਸੀ ਮਸਤੂਆਣਾ ਸਾਹਿਬ ਵਾਲੇ, ਕਹਿੰਦੇ ਬਸ ਭਾਈ ਹੁਣ ਸੇਵਾ ਪੂਰੀ ਹੋ ਗਈ, ਹੁਣ ਨਹੀਂ ਕਿਸੇ ਨੇ ਕੁਝ ਰੱਖਣਾ। ਇਹ ਸੰਗਤ ਹੈ। ਪਰ ਮੰਗਿਆ ਹੁਣ ਕੀ ਹੈ? ਮੰਗਿਆ ਸਿਰ, ਸੀਸ ਮੰਗਿਆ। ਕੋਈ ਉੱਠੋ 80,000 ਦੇ ਇਕੱਠ ਵਿੱਚੋਂ ਜਿਹੜਾ ਸੀਸ ਦੀ ਭੇਟਾ ਦੇਗਾ। ਕੋਈ ਉੱਠੋ ਖਾਂ ਪਿਆਰਾ ਸਿੱਖ ਮੇਰਾ, ਮੈਨੂੰ ਪੈ ਗਈ ਲੋੜ ਸੀਸ ਦੀ। ਕੋਈ ਉੱਠੋ ਖਾਂ ਪਿਆਰਾ ਸਿੱਖ ਮੇਰਾ, ਮੈਨੂੰ ਪੈ ਗਈ ਲੋੜ ਸੀਸ ਦੀ। ਕੋਈ ਉੱਠੋ ਖਾਂ ਪਿਆਰਾ ਸਿੱਖ ਮੇਰਾ, ਮੈਨੂੰ ਪੈ ਗਈ ਲੋੜ ਸੀਸ ਦੀ। ਕੋਈ ਉੱਠੋ ਖਾਂ ਪਿਆਰਾ ਸਿੱਖ ਮੇਰਾ, ਮੈਨੂੰ ਪੈ ਗਈ ਲੋੜ ਸੀਸ ਦੀ। ਕੋਈ ਉੱਠੋ ਖਾਂ ਪਿਆਰਾ ਸਿੱਖ ਮੇਰਾ, ਮੈਨੂੰ ਪੈ ਗਈ ਲੋੜ ਸੀਸ ਦੀ। ਕੋਈ ਉੱਠੋ ਖਾਂ ਪਿਆਰਾ ਸਿੱਖ ਮੇਰਾ, ਕਿਉਂਕਿ ਪਤਾ ਹੈ ਪਿਆਰ ਵਾਲਾ ਸਿਰ ਦੇਊਗਾ, ਸਿਰ ਨਹੀਂ ਕੋਈ ਦਿੰਦਾ ਹੁੰਦਾ। ਤੇ ਸਿਰ ਵੀ ਮੈਨੂੰ ਉਹ ਚਾਹੀਦਾ ਹੈ ਜਿਹੜਾ ਖੁਸ਼ ਹੋ ਕੇ ਦੇਵੇ, ਹੱਸ ਕੇ ਦੇਵੇ, ਚਾਹ ਹੋਵੇ ਉਹਦੇ ਮਨ ਵਿੱਚ ਸਿਰ ਦੇਣ ਦਾ। ਐ ਨਹੀਂ ਆਖਿਆ ਵੀ ਲਿਆਓ ਇੱਥੋਂ ਫੜ ਕੇ ਆਪਾਂ ਬੰਦੇ ਵੱਢਣੇ ਆ, 2-4 ਲਿਆਓ ਵੀ ਕਲੀਸੀ ਆਉਂਦੇ ਹੋਣ ਕਿਸੇ ਨੂੰ, ਇਹਨੂੰ ਵੱਢ ਲਓ ਜੀ, ਇਹੋ ਜਿਹਾ ਸਿਰ ਨਹੀਂ ਚਾਹੀਦਾ। ਐ ਤਾਂ ਫਿਰ ਦੁਨੀਆ ਗੱਡੀਆਂ ਥੱਲੇ ਸਿਰ ਦੇ ਦੇ ਕੇ ਵੀ ਮਰੀ ਜਾਂਦੀ। ਦੁਖੀ ਹੋਏ ਲੋਕ ਗਲ ਚ ਰੱਸਾ ਪਾ ਲੈਂਦੇ, ਦੁਖੀ ਹੋਏ ਲੋਕ ਜ਼ਹਿਰ ਪੀ ਜਾਂਦੇ, ਦੁਖੀ ਹੋਏ ਬੰਦੇ ਆਪਣੇ ਆਪ ਨੂੰ ਅੱਗ ਲਾ ਲੈਂਦੇ। ਮੈਨੂੰ ਤਾਂ ਉਹ ਚਾਹੀਦਾ ਹੈ ਕਿ ਜਿਹੜਾ ਹੱਸ ਕੇ ਸਿਰ ਦੇਵੇ, ਚਾਹ ਹੋਵੇ। ਕਬੀਰ ਮੋਹੇ ਮਰਨੇ ਕਾ ਚਾਓ, ਉਹ ਚਾਹੀਦਾ ਜਿਹੜਾ ਹੱਸ ਕੇ ਖੁਸ਼ ਹੋ ਕੇ ਆਵੇ ਵੀ ਆ ਮੇਰਾ ਸਿਰ ਲੈ ਲਓ ਜੀ, ਮੈਂ ਖੁਸ਼। ਇੰਨੀ ਖੁਸ਼ੀ ਚ ਆ ਕੇ ਸਿਰ ਦੇਊਗਾ ਤਾਂ ਲਵਾਂਗੇ। ਇਹ ਨਹੀਂ ਹੈਗਾ ਵੀ ਉਹੀ ਆ ਕੇ ਹੱਥ ਜੇ ਬੰਨੀ ਜਾਵੇ, ਲਓ ਜੀ ਤੂੰ ਤਾਂ ਮੈਂ ਆ ਗਿਆ ਜੀ, ਇਹ ਤਾਂ ਘਰੇ ਵੀ ਨਹੀਂ ਦੱਸ ਕੇ ਆਇਆ ਜੀ, ਤੇ ਤੁਹਾਡੀ ਮਰਜ਼ੀ ਹੈ ਜੀ, ਵੱਢਣਾ ਤਾਂ ਵੱਢ ਵੀ ਲਓ ਸਿਰ, ਛੱਡਣਾ ਤੁਹਾਡੀ ਮਰਜ਼ੀ ਹੈ। ਐਂ ਜੇ ਕਰਨ ਵਾਲਾ ਨਾ ਹੋਵੇ, ਲੱਤਾਂ ਜੀਆਂ ਘੜੀਸਦਾ ਹੋਵੇ ਮੇਰੇ ਕੋਲੇ, ਐ ਸਿਰ ਨਹੀਂ ਮੈਂ ਲੈਣਾ। ਮੈਂ ਤਾਂ ਉਹ ਲੈਣਾ ਜਿਹੜਾ ਜੇ ਤੋਂ ਪ੍ਰੇਮ ਖਿਲਣ ਕਾ ਚਾਓ। ਪ੍ਰੇਮ ਦੀ ਖੇਡ ਹੈ ਸਿਰ ਤੋਂ ਪਰੇ ਦੀ। ਜੇ ਕਿਸੇ ਨੇ ਖੇਡਣੀ ਆ ਨਾ, ਇਹ ਸਿਰ ਤੋਂ ਪਰੇ ਦੀ ਖੇਡ ਆ ਪ੍ਰੇਮ ਦੀ। ਕਹਿ ਤਾਂ ਆਪਾਂ ਦਿੰਦੇ ਆ ਪ੍ਰੇਮ ਪ੍ਰੇਮ, ਸੱਚ ਕਹੂੰ ਸੁਣ ਲਿਓ ਸਭੈ ਜਨ ਪ੍ਰੇਮ ਕੀਓ। ਇਹ ਸਿਰ ਤੋਂ ਪਰੇ ਦੀ ਖੇਡ ਹੈ। ਜੇ ਤੋਂ ਪ੍ਰੇਮ ਖਿਲਣ ਕਾ ਚਾਓ, ਜਿਹਨੇ ਸਿਰ ਦੇਣ ਦਾ ਚਾਹ ਹੋਵੇ, ਜਿਹਨੂੰ ਸਿੱਧੀ ਗੱਲ ਕਹਿ ਲਓ, ਜਿਹਨੂੰ ਦੁਨੀਆ ਨਹੀਂ ਚਾਹੀਦੀ। ਬਸ ਭਗਤੀ ਦਾ ਮਤਲਬ ਇਹ ਹੈ, ਦੁਨੀਆ ਤੋਂ ਪਰੇ ਦੀ ਚੀਜ਼ ਹੈ ਬੰਦਗੀ। ਤਾਂ ਹੀ ਤਾਂ ਸਭ ਤੋਂ ਉੱਚੀ ਹੈ, ਤਾਂ ਹੀ ਤੇ ਭਗਤਾਂ ਨੂੰ ਸਿਰ ਨਵਾਉਂਦੇ ਨੇ, ਤਾਂ ਹੀ ਤੇ ਭਗਤਾਂ ਦੇ ਰੱਬ ਸਰਾਣੇ ਖੜਾ ਰਹਿੰਦਾ। ਇਹ ਸਭ ਤੋਂ ਉੱਚਾ ਬਣ ਗਿਆ ਦੁਨੀਆ ਦੇ ਉੱਤੇ ਭਗਤੀ ਦਾ। ਪਰ ਕੋਈ ਵਿਰਲਾ ਕਰਦਾ ਐਸਾ ਵਪਾਰ, ਵਿਰਲਾ ਵਪਾਰ ਹੈ ਨਾਨਕ ਤਾਕੈ ਸਦ ਬਲਿਹਾਰ। ਮੈਂ ਇਹੋ ਜਿਹੇ ਵਪਾਰ ਕਰਨ ਵਾਲੇ ਤੋਂ ਬਲਿਹਾਰੇ ਜਾਵਾਂ, ਬਲਿਹਾਰੇ। ਕਿਉਂਕਿ ਉਹ ਡੇਰਾ ਨਹੀਂ ਜਿੰਦੇ ਸਿਰੋਂ ਪਰੇ ਹੈ ਪ੍ਰੇਮ ਦਾ। ਡੇਰਾ ਨਹੀਂ ਜਿੰਦੇ ਸਿਰੋਂ ਪਰੇ ਹੈ ਪ੍ਰੇਮ ਦਾ। ਡੇਰਾ ਨਹੀਂ ਜਿੰਦੇ ਸਿਰੋਂ ਪਰੇ ਹੈ ਪ੍ਰੇਮ ਦਾ। ਡੇਰਾ ਨਹੀਂ ਜਿੰਦੇ ਸਿਰੋਂ ਪਰੇ ਹੈ
तेरा नी जिंदे सिरों परे है प्रेम दा, तेरा नी जिंदे सिरों परे है प्रेम दा, तेरा नी जिंदे सिरों परे है प्रेम दा, तेरा नी जिंदे सिरों परे है प्रेम। मेरा नी जिंदे सिरों परे है प्रेम दा, तेरा नी जिंदे सिरों परे है प्रेम दा। जे तो प्रेम खिलन का चाओ, सिर धर तली गली मेरी आ, इत मार्ग पैर धरीजै, इस मार्ग दे उत्ते, इस रस्ते उत्ते, इत मार्ग पैर धरीजै, सिर दीजै कान ना। सिर भी देवे ते हस के देवे, भी मेरा बेनती करके मेरा सिर ले लो जी। महाराज कहते मैनू ओदा सिर चाहिदा जिहड़ा हस के सिर दे। ते फिर भाई दया राम जी फिर उठे, महाराज ने दुबारे फिर आवाज मारी ते देखिया भी 80,000 दे इकट्ठ दे विचों, क्योंकि सिर देण वास्ते इतना बड़ा औखा, बहुत औखा है मैनूं, वो भी खुशी विच चाह विच। जदों उठ के तुरिया ना, सारियां दियां गर्दनां उहदे वल घुम ले भी आ चलिया सिर देण वास्ते। गुरु पातशाह महाराज नूं सिर देण वास्ते चले ते भाई दया राम जी पंजा प्यारिਆਂ ਵਿੱਚੋਂ ਪਹਿਲੇ प्यारे ने आके मत्था टेकिया ते बेनती कीती, सतगुरु जी मेरा सिर हाजरा ले, सिर वड लो गुरु जी मेरा, करदा मैं बेनती। एक लिखिया है पहला भी युद्धां दे विच बड़े सिर वारे, ऐसी भी गल नहीं, बड़े सिख होए ने पहला। आ भाई मुगलू छेवें पातशाह महाराज दे युद्ध दे विच अंम੍ਰਿਤਸਰ कोल युद्ध होया, फट्टड़ हो गया, जख्मी हो गया बुरी तरह, ते छेवें पातशाह महाराज ओदा युद्ध देख के, युद्ध करना धर्म युद्ध गहां लड़ना सौखा नहीं, किते बहुत औखा है, सिर तली ते रख के लड़ना पैंदा है। जदों ने ऐसा युद्ध किया, छेवें पातशाह महाराज बड़े खुश होए, ते जदों फट्टड़ हो के डिग पिया ना, ते महाराज ने उहनूं बुक्कल च लैके ते ओहदे अखों मिट्टी कड्ढी ते रमाल फेरिया, प्यार दिता, देखिया भी गुरु पातशाह महाराज ने बुक्कल च लई बैठी। बड़ा मन दे विच आपदे जख्म नहीं याद है, लहू वहिंदा नहीं याद, मेरा गुरु मैनूं आपदी गोद च लई बैठे, मेरा परमेश्वर, मेरा गुरु, मेरा रब। गुरु पातशाह महाराज कहंदे भाई मुगलू मैं तेरे ते बलहार जाना। गुरु जी इन्ने उहदे ते दयाल हो गए, महाराज कहंदे तू जो मूंह दे विचों कहेगा, जो मांगे ठाकर अपने ते सोई सोई दे, जो जी करदा है मंग लै। कहंदा सच्चे पातशाह ये अड्डो अड्ड होंदियां ने, ख्याल होंदे ने अड्डो अड्ड, कोई गुरु तो कुछ मंगदा है, कोई कुछ मंगदा है, कोई कुछ मंगदा है, कोई दुनिया मंगदा है, कोई दुनिया दे सुख मंगदा है, कोई तंदुरुस्ती मंगदा है। पर भाई मुगलू कहण लग्या महाराज जे तां हुणे ही अंत समय मैं जानदा नहीं, फिर तां इदों बेहतर होर कोई गल नहीं, मैं तुहाडी गोद विच बैठा ते मैं इत्थे ही शरीर छड्ड जां तुहाडी याद विच। कबीर मोहे मरने का चाओ है, मरूं ता हरकै द्वार मत हर पूछे कौन है परा हमारे। फिर तो मैं हुणे ही शरीर छड्ड जां ते मैं तुहाडे हमेशा लई तुहाडी गोद दे विच बैठ हमेशा रही मैं तुहाडे चरनां दे विच रहां। ते जे महाराज अजे कोई सवास बाकी रहिंदे है
जाना तो फिर भी होर थोड़ा चिर होर ठहर के चले जावांगे ते फिर महाराज मैनू किरपा करो, मैनू बचन दिओ तुसीं कि जिद्दे भी मैं शरीर छड्डां ना इदां ही तुहाडे बुक्कल च बह के छड्डां, इदां ही तुहाडे दर्शन करदे ही शरीर छड्डां। गुरु महाराज कहन लगे भाई मुगलू ਜਿਹੜਾ ਤੂੰ ਵਸਤੂ ਮੰਗੀ ਹੈ ਮਿਲੂਗੀ ਤਾਂ ਤੈਨੂੰ ਗੁਰੂ ਘਰ ਦੇ ਵਿੱਚੋਂ ਅਵਸ਼। ਇਹ ਤਾਂ ਹੈ ਨਹੀਂ ਵੀ ਗੁਰੂ ਆਖਿਆ ਕੀ ਮੰਗ ਲਿਆ ਮੈਂ ਤਾਂ ਕਰ ਹੀ ਨਹੀਂ ਸਕਦਾ, ਕਿ ਗੁਰੂ ਸਰਬ ਕਲਾ ਸਮਰੱਥ ਨੇ। ਕਹਿੰਦੇ ਭਾਈ ਮੁਗਲੂ ਪਰ ਹੁਣ ਗੱਲ ਇਹ ਹੋ ਜਾਣੀ ਹੈ ਕਿ ਇੱਥੋਂ ਪਹਿਲਾਂ ਅਸੀਂ ਚਲੇ ਜਾਣਾ। ਆ ਸਰੀਰ ਤੂੰ ਸਾਡੇ ਤੂੰ ਅਜੇ ਰਹੇਗਾ ਤੇ ਅਸੀਂ ਸਰੀਰ ਛੱਡ ਜਾਣਾ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦਾ ਸੱਚੇ ਪਾਤਸ਼ਾਹ ਸਰੀਰ ਹੀ ਛੱਡੋਗੇ, शरीर की अदला बदली करनी है तुसी कर लियो, क्योंकि सतगुर मेरा सदा सदा ना आवे ना जाए, वो अविनाशी पुरख है। शरीर तो नासवंत है पर तुसी तो अविनाशी हो ना। तुसी कहंदे असी शरीर पहला छड्ड देना है ते हुण असी तुहानू जिहड़ा साडा अगला शरीर होऊगा ना अगे ते असी तुहानू उस शरीर दे विच तुहाडा जिहड़ा अंत होऊगा मेरी बुक्कल विच ही, पर साडा शरीर बदलिया होऊगा। आपां भी समझो इस गल भी गुरु जी कौन ने, किहड़े शरीर की है। जे गुरुआं नू समझांगे फिर आपां भी समझांगे मैं की हां, मैं भी शरीर नहीं हाँ। ये गल्लां सारियां समझ विच आ जाणगीआं। महाराज 10 जामे गुरु पातशाह महाराज ने शरीर बदले ने, शरीर बदले ने। उन्होंने होर हिसाब नाल बदले क्यों तो अविनाशी जोत सी, आपां होर ढंग नाल बदलदे आं, आपां कर्मां अनुसार बदल जे तो आपां भी बने। पर हुण वो कहंदे जद अंत समा आऊगा तेरी साडी गोद विच ही आऊगी। तुसीं देख लो समा लंघदा गया, छेवें पातशाह शरीर छड्ड गए, 7वें पातशाह महाराज आ गए, 8वें पातशाह महाराज ने बड़ी छोटी उम्र दे विच शरीर छड्डता, 9वें पातशाह महाराज 9वें पातशाह गुरु तेग बहादुर पातशाह महाराज फिर भाई मुगलू दा जिस दिन सी ना समा, उस दिन भाई मुगलू नूं भी पता है भी हुण मेरा शरीर है जिहड़ा भी हुण अंत दा समा है ते घरदिआं नूं कुंडी नहीं सी लाउण दिंदा हुंदा। आपां गेट ला दिंदे ना कई वारी बाहर दा, आपां जदों रात नूं सौंदे आ घर दा गेट ला दिंदे आ, चलो दिने खुला रहिंदा, रात नूं गेट नहीं सी लाउण दिंदा। मेरे गुरु ने आना है मेरे कोले, मेरी तैयारी है इत्थों जाण दी, मेरे गुरु ने आना मैनूं लैण वास्ते। देखो कैसा होगा जीवन उहदा जिन्हों गुरु साहब आप लैण आउणगे। ते 9वें पातशाह महाराजा पिंड गढ़ूआ नहीं नाल ही अपने, किन्नी क दूर आ खड़ा 10-12-15 किलोमीटर होना है पिंड गढ़ूआ। इस पिंड च जाके वेखियो, पता करके देखियो, भाई मुगलू दे घर 9वें पातशाह तड़के 4 बजे ते 4 बजे आके ते बुक्कल विच ले लिया ते मुगलू समझ गया भी मेरा टाइम आ गया, मैनूं पता है मेरे गुरु साहब ने मेरे नाल वादा कीता अज 9वीं जोत ते उहनूं बुक्कल विच ले के भाई मुगलू नूं ते जदों गुरमुख प्यारो फिर कहा ना भाई मुगलू चल हुण फिर तेरा समा आ गया ते सतनाम वाहिगुरू दा जाप करदा 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 नानक लीन भयो गोबिंद सिओ जो पानी। गुरु दे सामने बैठ के बुक्कल विच बैठ के ते उहने वो अपना शरीर त्यागया। ते इहो जिहियां रूहां कित्थे जांदियां ने, सचखंड च निवास करदियां ने, गुरु दे विच ही मिल जांदे आ, गुरु दे विच मिल जांदे ने। गुरु अविनाशी जोत है ना, अविनाशी जोत दे विच जोत मिल जांदी है, वो रूह दे विच मिल जांदी है। पानी न पानी मिल के पानी बन जांदा ना, ऐ वो विच ही घुल मिल जांदे। गुरु पातशाह महाराज आखिरी समा भाई दया राम जी मूहरे खड़े है, सतगुरु जी ऐदू बेहतर की समा होएगा तुहाडे सामने, क्योंकि गुरसिख गुरसिखां दा इतिहास पढ़दे हुंदे, जिहड़ा गुरसिख है ना वो इतिहास पढ़ूगा महापुरखां दा, साधु संतां दा, गुरमुखां दा, शहीदां दा, वो सारे इतिहास तो जाणू हुंदा है
क्योंकि बाणी विच जो लिखिया वो तुहानू इतिहास दे विचों कमाया होया मिलूगा किसी गुरमुख दा। कोई बचन तुसीं देखोगे ना भी ऐसे भी हुंदे आ जिहड़े पुरजा पुरजा कट मरै कबू ना छाडे खेत, वो तुहानू इतिहास चों मिलणगे। भाई मनी सिंह वर्गे वो इतिहास विचों मिलणगे। पिंड परै तां अंग ना मोरो, कहते आरे नाल भी कोई चीर दे ते मैं तेथों मुखड़ा नहीं मोड़ना। जद वो लिखिया होया पढ़ोगे ते उधर मती 10 बल झाती मारोगे तैनूं इतिहास दे विचों लभेगा। ये बाणी गुरु इतिहास दे विचों लभदी, कमाई हुई लभदी है। जिन्हां ने शब्द कमाए हुए, जिन्नी नाम ते आया गए मुसक्कत काल, नानक ते मुख उजले कीती छुट्टी नाल। इहो जे गुरमुख भी जिहड़े लखां नूं तार के लै जाण, वो भी तुहानूं दुनिया दे विचों इतिहास दे विचों लभणगे, जिन्हां ने बचन कमाए हुए। भाई दया राम कहण लग्या कि सतगुरु जी तुसीं सीस ही मंगिया ना, तुहानूं सिर चाहीदा, तुसीं लै लो, मैं बेनती करदा मेरा सिर लै। क्योंकि पता है जे गुरु जी मेरे कोलों सिर लै लैणगे ना ते मैनूं कोई वड्डी चीज़ ही देणगे, दिंदे ने। जे आ जीवन भी मेरा लै लैणगे ना, मैनूं अविनाशी जीवन देणगे, सदा दे जीवन वाली जिंदगी देणगे, हमेशा अमर जीवन देणगे। अमर जीवन जिन्हों कहंदे ने। सिर दा की है, फिर किहड़ा रहना, इहने सारे शरीर ने चलिया जाना। जे ना भी गुरु नूं देवांगे फिर किहड़ा बच जूगा, ये तां चले ही जाना इहने। सिर दित्तियां प्यारा मिल जे, सिर दित्तियां प्यारा मिल जे, सस्ता जान लियो प्यारिओ, प्यारिओ सस्ता जान लियो। सिर दित्तियां प्यारा मिल जे, सिर दित्तियां प्यारा मिल जे, सस्ता जान लियो प्यारिओ, प्यारिओ सस्ता जान लियो। सिर दित्तियां सस्ता जान लियो प्यारिओ, प्यारिओ सस्ता जान लियो। सिर दित्तियां प्यारा मिल जे, सिर दित्तियां प्यारा मिल जे, सस्ता जान लियो प्यारिओ, प्यारिओ सस्ता जान लियो। सिर दित्तियां प्यारा मिल जे, सिर दित्तियां प्यारा मिल जे, सस्ता जान लियो प्यारिओ, प्यारिओ सस्ता जान लियो। सिर दित्तियां प्यारा मिल जे, सस्ता जान लियो प्यारिओ, प्यारिओ सस्ता जान लियो। सिर दित्तियां प्यारा जे मिले तां भी सस्ता। महाराज कहंदे जरा 88 हज़ार वरे वेखो जोगी पहाड़ां ते चढ़ जांदे, कोई घर बार छड्ड के बह जांदा, सारा कुछ छड्ड के माला फेरन वास्ते। मिलना तो रब नूं ही है, परमात्मा ने मिलना ना। महाराज कहंदे आ मेरी तेग दी धार मैनूं एक बारी टपा लैण दिओ, परले पासे टपा दूंगा ते विच मिला दूंगा। गुरु साहब कहंदे मैं एक धार दे नाल आ तेग ते चढ़ा के रब दे घर च पहुंचा दूं। मैनूं कोई देवे सही जीवन जिवें मैं मंगदा, मैनूं इस तरह सिर देवे कोई ते मैं उहनूं परमात्मा दे विच मिला दूं। सेकंड एक ही लगना है बस। जिवें कहंदे आजो जी ने नचना खंडे दी धार ते, सिर दे के आ जीवन मैनूं देवे ते मैं उसनूं अमर जीवन देवांगा। गुरु जी कहंदे देवे तां सही कोई ते आ गया, आके कहण लग्या मेरा सिर ले लो महाराज। मैं खुश होके तुहानूं बेनती करके कह रहा, कई जन्म विछड़े थे माधवे जन्म तुम्हारे, इहनूं लेखे विच ला लो, मेरा सिर ले लो, जिहड़ा तुसीं कारज करना कर लो। गुरु साहब ने भी कारज करना ना, सिर लेके ਉਹ ਜਦੋਂ ਇੰਨੀ ਗੱਲ ਕਹੀ ਬਚਨ ਕੀਤਾ। ਹੁਣ ਇੱਥੇ ਕਈ ਗੱਲਾਂ ਬਣ ਜਾਂਦੀਆਂ ਆਪਣੇ ਇਤਿਹਾਸ ਦੇ ਵਿੱਚ। ਕੋਈ ਕਹਿੰਦਾ ਮਹਾਰਾਜ ਤੰਬੂ 'ਚ ਲੈ ਗਏ ਜੀ, ਕੋਈ ਕਹਿੰਦਾ ਉੱਥੇ ਜਾ ਕੇ ਬੱਕਰੇ ਬੰਨੇ ਹੋਏ ਸੀਗੇ ਜੀ। ਦੇਖੋ ਇਹ ਗੱਲਾਂ ਲਿਖਣ ਵਾਲਿਆਂ ਦੇ ਲਿਖਤੀਆਂ
जो विरोधता करने वाले होंगे होर गहां दी गहां इहनूं खंभ ला दिंदे ने चार होर इदां दा। पर असीं तां गुरबाणी अनुसार जिहड़ा है उस तरह विचार करनी है। सतगुर मेरा मार जीवाला, सतगुर मेरा सरत रखवाला। गुरु विच समर्था है, गुरु सिर भी वढ़ देवे ते कह उठ के खड़ा हो जा ते उस हो जांदा। इतिहास विच होर भी कई थां होए ने। सानू गुरु पातशाह महाराज ते कोई शक नहीं है। जे सिख शक करदा वो पार नहीं लगूगा, जिहड़ा गुरु ते शक करदा हुंदा वो डुबदा हुंदा। संसा कह लो, शंका कह लो, जिन्होंने गुरु ते शंका पै जे ना वो निकल नहीं सकता, तर नहीं सकता है सागर नूं। याद रखो इस गल नूं, शरधा ही तारदी है। जो शरधा कर सेम दे जहाज तां है। वाहिगुरु दा नाम, वाहिगुरु नाम जहाज है, चढ़े सोतरे पार भी लगता है। पर जो शरधा कर सेम दे, जे शंका करदा फिर नहीं लंघूगा। ये शंका एक ऐसी चीज है, इहदी रूह नूं लंघण ही नहीं दिंदा, अड़िके पाउंदा है। शंके अजकल तां दरख्तां वांगू जिवें जंगल हुंदा है बने पे शंके। एक की पता ही नहीं किन्ने कर दिंदा हो गुरु जी, किद्दां करदा, फलाना कर दो, इदां दीयां गल्लां करदा रहिंदा। तो इस करके गुरु दे उत्ते कदे भी शंका नहीं करनी। गुरु सर्व कला समर्थ पावर दा मालक है। गुरु जो मंगे दे दिंदा है, जो जी करे वो कर सकदा है, वो जो मर्जी कर देवे। वो बहुत वड्डी पावर दा मालक है गुरु है जिहड़ा। साडे कोले तां एडी बुद्धि है नहीं गुरु नूं समझण जोगी भी असीं दीआं पावरां नूं जाण लईए भी वो की कुछ कर सकदा। तो इस करके इत्थे कोई कहंदा है भी तंबू च ले गए जी, अगे बकरे बन्ने सी जी फलाना। जे बकरे बन्ने होंदे ना उस तो बाद मजाक उड़ जाना सी इस गल। लो भी गुरु साहब ड्रामा ही करके सुनीए कदे गल अज तक। आ हुण तुसीं सुणन लगोगे गल्लां जो दे शंके खड़े होण लगे आ, विच गल्लां आईयां ने। पुराना इतिहास पढ़ के देखो, पुराने गुरसिखां दा जीवन देखियो। किते एक सिख ने भी कहा होवे 80,000 दे विचों ले भी गुरु जी दा ड्रामा ही खेड़ गए। गुरु तो झूठ ही बोली गया, भुलेखे ही पाई गए महाराज। तां अंदर बकरे बन्ने हुए सीगे। सुनिए औरंगजेब दा एडा वड्डा इकट्ठ, CID लैण वाला बंदा विच बैठा। अज भी बहिंदे जिते किते इकट्ठ होवे होर उन्हां दी जिहड़ी CID हुंदी है बहुत तकड़ी हुंदी है, विच छड्डे हुंदे ने सारे, विच ही बैठे हुंदे आ। ਉਹ ਲਿਖਦਾ चिट्ठी, ਉਹਨੇ चिट्ठी लिखी है, एक आखिरी रिपोर्ट भेजी है ਉਹਨੇ रंगजेब ਨੂੰ ਉੱਥੋਂ ਦੀ। ਉਹ ਬਹੁਤ ਚਿਰ ਉਹ ਬੰਦਾ ਪਹਿਲਾਂ ਹਿੰਦੂ ਸੀ, ਫਿਰ ਉਸ ਨੂੰ ਧੱਕੇ ਨਾਲ ਮੁਸਲਮਾਨ ਬਣਾ ਲਿਆ ਗਿਆ। ਫਿਰ ਮੁਸਲਮਾਨ ਬਣ ਕੇ ਫਿਰ ਉਹ ਜਲੂਸੀ ਕਰਨ ਲੱਗਿਆ। ਫਿਰ ਇਹਨੂੰ 2-3 ਮਹੀਨੇ ਹੋ ਗਏ ਸੀ ਪਹਿਲਾਂ ਤੋਂ ਉੱਥੇ ਰਹਿ ਰਿਹਾ ਸੀਗਾ ਅਨੰਦਪੁਰ ਸਾਹਿਬ। ਭੇਸ ਕਿਤੇ ਧੋਤੀ ਲਾ ਲੈਂਦਾ, ਬ੍ਰਾਹਮਣ ਬਣ ਜਾਂਦਾ, ਇਦਾਂ ਦਾ ਉਹ ਉੱਥੇ ਚੱਲ ਰਿਹਾ ਸੀ ਇਹਦਾ। ਪਰ ਗੁਰੂ ਪਾਤਸ਼ਾਹ ਮਹਾਰਾਜ ਨੂੰ ਦੇਖਦਾ ਸੀ, ਸੁਣਦਾ ਸੀ, ਪਰ ਜਾਣਦਾ ਸਭ ਕੁਛ ਹੀ ਪਤਾ ਲੱਗ ਗਿਆ ਵੀ ਗੁਰੂ ਅੰਤਰਜਾਮੀ ਹੈ। ਗੁਰੂ ਅੰਤਰਜਾਮੀ ਹੈ। ਉਹ ਹਿੰਦੂਆਂ ਦੇ ਇਤਿਹਾਸ ਤੋਂ ਵੀ ਜਾਣੂ ਸੀ, ਮੁਸਲਮਾਨਾਂ ਦੇ ਇਤਿਹਾਸ ਤੋਂ ਵੀ ਜਾਣੂ ਸੀ। ਪੜ੍ਹਿਆ ਲਿਖਿਆ ਬੰਦਾ ਸੀ, ਰਿਪੋਰਟ ਤਿਆਰ ਕਰ ਰਿਹਾ ਹੈ। ਪਰ ਅੱਜ ਉਹਨੇ ਪ੍ਰਤੱਖ ਦੇਖ ਲਿਆ। कहदा मैं जो गुरुआं पीरां विच इदों पहला सुने आ ना जिहड़े, मैं अज तक नहीं उन्हां चों इह चीज़ देखी जिहड़ी मैं अज गुरु गोबिंद सिंह महाराज चों देखी कि उहने मेरी अखां दे सामने सिर लिया। वो लिखदा है, ਇਹ ਉਰਦੂ ਦੇ ਵਿੱਚ ਲਿਖੀ ਹੋਈ ਚਿੱਠੀ ਹੈ। ਹੁਣ ਤਾਂ ਪੰਜਾਬੀ ਵਿੱਚ, ਹਿੰਦੀ ਵਿੱਚ, ਇੰਗਲਿਸ਼ ਵਿੱਚ 4-5 ਥਾਵਾਂ ਤੇ ਛਪਾ ਕੇ ਬਹੁਤ ਵੰਡੀ ਜਾ ਰਹੀ ਹੈ। ਉਹ ਕਹਿੰਦਾ ਮੇਰੇ ਸਾਹਮਣੇ ਸਿਰ ਲਿਆ, ਸਟੇਜ ਦੇ ਉੱਤੇ ਸਿਰ ਲੈ ਕੇ ਉਹਨੇ ਵੀ ਮਹਾਰਾਜ ਨੇ ਉਹਦਾ ਸਿਰ ਵੱਢ ਲਿਆ। ਇੱਕ ਵਾਰੀ ਹਾਹਾਕਾਰ ਮਚ ਗਈ ਸਾਰੇ ਵੀ ਆਹ ਗੁਰੂ ਘਰ ਚ ਕੀ ਹੋ ਗਿਆ, ਵੀ ਆਹ ਤਾਂ ਗੁਰੂ ਘਰ ਚ ਕਦੇ ਸੁਣਿਆ ਹੀ ਨਹੀਂ ਸੀ। ਕਿਤੇ ਬੰਦਾ ਵੀ ਮਾਰਿਆ ਜਾਂਦਾ, ਸਿੱਖ ਮਾਰਿਆ ਜਾਂਦਾ, ਕਿਤੇ ਇਹ ਹੋ ਕੀ ਰਿਹਾ ਕਿਸੇ ਨੂੰ ਸਮਝ ਨਹੀਂ ਆ ਰਹੀ। ਇਹ ਬਲੀ ਦਿੱਤੀ ਹੈ ਜਾਂ ਇਹ ਕੀ ਕੀਤਾ ਹੈ? ਮਹਾਰਾਜ ਨੇ ਸਿੱਖਾਂ ਦਾ ਕਿਉਂ ਸੱਦ ਕੇ ਮਾਰਤਾ? ਮਾੜੇ ਦਿਲਾਂ ਵਾਲੇ ਤਾਂ ਕਈ ਉੱਥੇ ਇਸ ਗੱਲ ਨੂੰ ਦੇਖ ਕੇ ਹਿੱਲ ਗਏ। ਉਹ ਤਾਂ ਉਹਦੇ ਤਾਂ ਤਿਆਰ ਹੀ ਬੈਠੇ ਹੁੰਦੇ ਆ ਕੁਛ ਤਾਂ ਵੀ ਇਹ ਤਾਂ ਗਲਤ ਹੋ ਗਿਆ ਬਈ। ਅੱਜ ਤੱਕ 9 ਗੁਰੂਆਂ ਨੇ ਇਹੋ ਜਿਹਾ ਕੁਛ ਕੀਤਾ, ਆ ਨਵਾਂ ਹੀ ਕੁਛ ਕਰਤਾ। ਅੱਜ 10ਵੇਂ ਪਾਤਸ਼ਾਹ ਮਹਾਰਾਜ ਦਾ ਸਿਰ ਲਿਆ ਨਾ ਤੇ ਇੱਕ ਵਾਰੀ ਸਾਰਿਆਂ ਦੇ ਹੋਸ਼ ਉੱਡ ਗਏ ਵੀ ਆਹ ਕੀ ਕਰਤਾ। ਮਹਾਰਾਜਾ ਆਪਦੇ ਸਿੱਖਾਂ ਨੂੰ ਮਾਰਨ ਲੱਗ ਗਏ।
जोश विच आए महाराज कहते एक सिर होर चाहीदा। हुण पहलां तां इउं सी कि शायद गुरु पातशाह ने कुछ कहना होना है, जां सिर लैणगे भी कि नहीं लैणगे, जां उही समझा देणगे, जां कोई कई वारी सानू वैसी दलील दे के समझाउणा हुंदा भी गल ते आह तां सामणे ही प्रताखी इह तां अपना एक दा सिर लै लिया, हुण दूजे दा भी लैणगे। कहंदे एक सिर होर चाहीदा। कमाल दा ओह दिन दा समां होंदा। कोई लिखदा है कहंदा अज कोई प्रसाद चढ़ाउण आया है, विसाखी दा दिहाड़ा है, पवित्र दिहाड़ा है, कोई अज मंगा मंगण आया है, कोई किस भावना दे नाल आया है, पर कहंदे इहो जे भी आए होए जिन्हां ने सिर देण वास्ते आए, ਉਹ ਵੀ ਪਹੁੰਚੇ ਹੋਏ ਨੇ ਇਹਦੇ ਵਿੱਚ। इस विसाखी दे विच जिथे बुलबुले खरीदण वाले ते होर खिडौणे खरीदण वाले ते मेला गेला देखण वाले ते ये बड़े बड़े किस्म के हिंदू मुसलमानां दा सारियां दा साझा इकट्ठ है। ये नहीं कल्ले सिख सिखी आए है, इत्थे सारे धर्मां दे लोग हाजिर ने। पर मैं हैरान है कहंदा अज इत्थे वो भी आए ने जिन्हां ने अज सिरी दे देना गुरु साहिब, वो भी विच ही बैठे हैं। दूजी आवाज मारी ते भाई धर्मचंद ओ गुरु पातशाह महाराज दे कोले आया ते गुरु पातशाह महाराज ने आउण सार पुछया पहला, हाँ भी तेनू पता मैं सिर लैणा है? कहदा हाँ। खुश होके दे रहे हैं? हाँ महाराज खुश होके दे रहे हैं। जे तुहाडे लेखे सिर लग जे होर की चाहिए। नाले क्योंकि पकाया होया ना इत्थे जो किछ है सो तेरा, मेरी इत्थे कोई चीज ना। इत्थे जो किछ है सो तेरा, मेरी इत्थे कोई चीज ना। इत्थे जो किछ है सो तेरा, मेरी इत्थे कोई चीज ना। इत्थे जो किछ है सो तेरा, मेरी इत्थे कोई चीज ना। जो किछ है सो तेरा, जो किछ है सो तेरा, मेरी इत्थे इत्थे जो किछ है सो तेरा, मेरी इत्थे कोई चीज ना। इत्थे जो किछ है सो तेरा, मेरी इत्थे कोई चीज ना। इत्थे जो किछ है सो तेरा, मेरी इत्थे कोई चीज ना। इत्थे जो किछ है सो तेरा, मेरी इत्थे कोई चीज ना। जो किछ है सो तेरा, मेरी इत्थे कोई चीज ना। इत्थे जो किछ है सो तेरा, मेरी इत्थे कोई चीज ना। कबीर मेरा मुझ में किछ नहीं, जो किछ है सो तेरा, तेरा तुझको सौंप ले क्या लग मेरा। कहंदा महाराज मेरा कुछ है ही नहीं, मन्ने की गत होर दूसरा सिर दे भी नहीं सकते। जेड़ा जिहदी अवस्था इथों तक है ना भी मेरा कुछ है ही नहीं, सब कुछ तेरा ही है, तू मंग लिया तेनू देता, ते इहदे विच इह भी नहीं मैं तेनू कुछ दिता है, लांभा भी कोई नहीं है, इहदे विच है ही तेरा, मेरा की इहदे विच। किरपा कर दिओ ये सिर तुहाडा ही है, तुसीं लै लो। गुरु पातशाह महाराज ने दूजा सिर लिया। सिर देण वाले ने दे दिता ते लैण वालियां ने लै लिया, ते बाकियां दे जिहड़े सीगे उत्थे इत्थों तक लिखदे ने 2 सिर वड्डे गए ना, 2 सिर वड्डे गए। कहंदे पंडाल दे विच हलचल होई। ये की होण, एक दूजे नाल घुसर मुसर शुरू गल्लां लागे लोग करन भी आ की होण लग गया। ऐ भी हुंदा हुंदा गुरु घर दे विच, ऐ भी सिख मारे, जे सिख मारन लग गए फिर सिख कौन बनूगा? फिर सिख से तो सिक्खी ही नहीं रहनी। इहो जिहियां गल्लां करन वाले भी आए, कई इत्थों तक भी कहण लग गए, कहंदे भी महाराज जिहड़ा हैगा गुरु पातशाह महाराज दा दिमाग ही हिल गया।
ਇੱਥੋਂ ਤੱਕ ਵੀ ਕਹਿਣ ਵਾਲੇ ਮਾਤਾ ਜੀ ਨੂੰ ਜਾ ਕੇ ਦੱਸੋ, ਜਾ ਕੇ ਉਹ ਸਮਝਾਉਣਗੇ ਆ ਕੇ। ਇਹਨਾਂ ਦੇ ਕੋਲੇ ਤਾਂ ਹੁਣ ਕੋਈ ਨੇੜੇ ਤਾਂ ਲੱਗਦਾ ਨਹੀਂ, ਕਿਉਂਕਿ ਹੱਥ 'ਚ ਤਲਵਾਰ ਹੈ। ਕਿਹੜਾ ਉੱਠ ਕੇ ਜਾ ਕੇ ਕਹੇ? ਅਗਲੇ ਦਾ ਸਿਰ ਤਾਂ ਪਹਿਲਾਂ ਹੀ ਵੱਢੀ ਜਾਂਦੇ ਨੇ। ਸਭ ਚੁੱਪ। ਇੱਥੋਂ ਤੱਕ ਵੀ ਆ ਵੀ ਕੁਛ ਡਰਦੇ ਵੀ ਨੇ ਕਿਤੇ ਸਟੇਜ ਤੋਂ ਥੱਲੇ ਵੀ ਨਾ ਆ ਜਾਣ, ਕਿਤੇ ਕੀ ਪਤਾ ਲੱਗਦਾ ਹੈਗਾ, ਕੀ ਪਤਾ ਕੀ ਬਣੂ ਅੱਜ। ਉਸ ਵਿੱਚ ਬੰਦੇ ਉੱਠ ਕੇ ਵੀ ਹੌਲੀ 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 ਨਾ ਪਿਛਾਂਹ ਜਾਣ ਲੱਗੇ। ਉਹ ਆਪ ਲਿਖਦਾ, ਕਹਿੰਦਾ ਮੈਂ ਵੀ ਉੱਠ ਖੜਿਆ ਵਿੱਚ ਹੀ। ਮੈਂ ਆਖਿਆ ਮੈਂ ਵੀ ਪਰੇ ਹੋ ਕੇ ਬੈਠਾ, ਬੋਲਾ ਨੇੜੇ ਹੋ ਕੇ ਮੈਂ ਵੀ ਕੀ ਲੈਣਾ, ਕੀ ਪਤਾ ਜਾਣ ਤਾਂ ਵਿੱਚ ਦੇਖੀਏ ਤਾਂ ਸਹੀ ਕੀ ਹੁੰਦਾ ਇਦੋਂ ਅੱਗੇ, ਫਿਰ ਲਿਖਾਂਗੇ ਕੀ। ਕਹਿੰਦਾ ਮੈਂ ਥੋੜਾ ਜਿਹਾ ਉੱਚੇ ਥਾਂ ਹੋ ਕੇ ਜਾ ਕੇ ਉੱਥੇ ਫਿਰ ਮੈਂ ਬੈਠਾ। ਮੈਂ ਉੱਚੇ ਥਾਂ ਬੈਠਾ ਦੇਖੀ ਗਿਆ। ਕਹਿੰਦੇ 2 ਸਿਰ ਲੈ ਲਏ ਤੇ ਲੋਕਾਂ ਦੇ ਵਿੱਚ ਨਾ ਜਿਹੜਾ ਸੀ ਟਕਾ ਸੀ ਜਿਹੜਾ ਉਹ ਹਿੱਲਿਆ। ਕੁਛ ਵਿੱਚ ਬੈਠੇ ਵੀ ਹੈ, ਦੇਖੀ ਜਾ ਰਹੇ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਦੇ ਕੌਤਕ ਨੇ ਕੀ ਕਰਨਗੇ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮੈਨੂੰ 1 ਸਿਰ ਹੋਰ ਚਾਹੀਦਾ, ਮੈਨੂੰ 1 ਸਿਰ ਹੋਰ ਚਾਹੀਦਾ। ਜਦੋਂ ਤੀਜੀ ਆਵਾਜ਼ ਦਿੱਤੀ ਨਾ ਤੇ ਦੇਖਿਆ ਵੀ 2 ਤਾਂ ਹੁਣ ਸੀਗੇ, ਹੁਣ ਤੀਜਾ ਕੀ ਪਤਾ ਕਿਹੜਾ ਉੱਠੇ। ਤੇ ਤੀਜਾ ਵੀ ਗੁਰਮੁਖ ਪਿਆਰਿਓ ਉੱਠ ਖੜਿਆ ਸੰਗਤ ਵਿੱਚ। ਤੀਜਾ ਜਦੋਂ ਸੰਗਤ ਵਿੱਚ ਉੱਠਿਆ ਤੇ ਲੋਕ ਸਾਰੀ ਸੰਗਤ ਉਹਦੇ ਵੱਲ ਦੇਖੀ ਵੀ 2 ਤਾਂ ਸਾਹਮਣੇ ਝਟਕਾ ਹੀ ਦਿੱਤੇ ਆ। ਦੋਹਾਂ ਜਿੱਤਾਂ ਮਹਾਰਾਜ ਨੇ ਸਿਰ ਲੈ ਲਏ, ਹੁਣ ਤੀਸਰਾ ਫੇਰ ਚੱਲਿਆ। ਤੇ ਜਦੋਂ ਇਹਨੂੰ ਦੇਖਦੇ ਆ ਗਲ ਵਿੱਚ ਪੱਲਾ ਪਾਇਆ ਤੇ ਜਾ ਕੇ ਗੁਰਮੁਖ ਪਿਆਰੋ ਤੀਸਰਾ ਜਿਹੜਾ ਪਿਆਰਾ ਹੈ, ਤੀਜਾ ਉਹ ਵੀ ਜਾ ਕੇ ਹੱਥ ਬੰਨ ਕੇ ਖੜ ਗਿਆ ਪਹਿਲਿਆਂ ਦੀ ਤਰ੍ਹਾਂ। ਸੀਸ ਝੁਕਾਇਆ, ਮੱਥਾ ਟੇਕਿਆ, ਕਹਿੰਦਾ ਸੱਚੇ ਪਾਤਸ਼ਾਹ ਮੇਰਾ ਸਿਰ ਹਾਜ਼ਰ ਹੈ, ਕਰ ਦਿਓ ਕਿਰਪਾ। ਆਪ ਕਿਹਾ ਮਹਾਰਾਜ ਜੀ ਕਿਰਪਾ ਕਰ ਦਿਓ, ਆਹ ਸਿਰ ਵੀ ਲੈ ਲਓ, ਲੇਖੇ ਲਾ ਦਿਓ। ਹੈਰਾਨ ਨੇ, ਮੂੰਹ ਚੁੰਗਲਾ ਲੈ ਲੈ ਕੇ ਟੁਕਦੇ ਆ। ਉਹ ਦੇਖਣ ਵਾਲੇ ਗੈਰ ਧਰਮਾਂ ਦੇ ਲੋਕ ਵੀ ਬੈਠੇ ਆ, ਉਹ ਵੀ ਦੇਖਦੇ ਵੀ ਕੈਸਾ ਗੁਰੂ ਹੈ ਇਹਨਾਂ ਦਾ, ਤੇ ਇਹਨਾਂ ਨੂੰ ਸਿਰ ਹੀ ਲਈ ਜਾਂਦਾ। ਨਹੀਂ ਤਾਂ ਇਹ ਹੁੰਦਾ ਮੰਗਾ ਹੀ ਹੁੰਦੀਆਂ ਨੇ, ਗਾਹਾਂ ਵਾਲੀ ਚੀਜ਼ ਦਾ ਵਿਸ਼ਵਾਸ ਹੀ ਦਿੱਤਾ ਜਾਂਦਾ ਸਿਰਫ ਇੱਕ ਬਸ ਵੀ ਐਂ ਕਰਦੇ, ਗਾਂ ਤੁਹਾਡੀ ਬਾਂਹ ਫੜਾਂਗੇ, ਪਾਰ ਲਾ ਦਿਆਂਗੇ, ਆਹ ਕਰ ਦਿਆਂਗੇ। ਪਰ ਆਹ ਕੀ ਹੋ ਰਿਹਾ, ਤਾਂ ਪ੍ਰਤੱਖ ਦੇਖੀ ਜਾ ਰਹੇ ਆ। ਕਹਿੰਦੇ ਹੁੰਦੇ ਆ ਸਿਰ ਗੁਰੂ ਨੂੰ ਦੇ ਦੇਣਾ, ਸੱਚਮੁੱਚ ਹੀ ਲਈ ਜਾਂਦੇ ਆ। ਇਹ ਤਾਂ ਇੱਕ ਵਾਅਦਾ ਜਿਹਾ ਕਰਦੇ ਹੁੰਦੇ ਆ ਵੀ ਸਿਰ ਤੇਰਾ ਹੈ ਜੀ, ਰੱਖਦੇ ਤਾਂ ਆਪਦੇ ਕੋਲ ਹੀ ਹੁੰਨੇ ਆਪਾਂ। ਇਹ ਤਾਂ ਵਾਅਦਾ ਜਿਹਾ ਹੁੰਦਾ, ਇਹ ਤਾਂ ਪ੍ਰਤੱਖ ਦੇਖੀ ਜਾ ਰਹੇ ਆ। ਉਹ ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਭਗਤਾਂ ਨੇ ਮੂੰਹ ਮੰਗਲੀ ਪਿਆਰਿਓ, ਭਗਤਾਂ ਨੇ ਮੂੰਹ ਮੰਗਲੀ। ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਭਗਤਾਂ ਨੇ ਮੂੰਹ ਮੰਗਲੀ ਪਿਆਰਿਓ, ਭਗਤਾਂ ਨੇ ਮੂੰਹ ਮੰਗਲੀ। ਜਿਹੜੀ ਮੌਤ ਮੌਤ ਤੋਂ ਡਰੇ ਜੱਗ ਸਾਰਾ, ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਭਗਤਾਂ ਨੇ ਮੂੰਹ ਮੰਗਲੀ ਪਿਆਰਿਓ, ਭਗਤਾਂ ਨੇ ਮੂੰਹ ਮੰਗਲੀ। ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਭਗਤਾਂ ਨੇ ਮੂੰਹ ਮੰਗਲੀ ਪਿਆਰਿਓ, ਭਗਤਾਂ ਨੇ ਮੂੰਹ ਮੰਗਲੀ। ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਭਗਤਾਂ ਨੇ ਮੂੰਹ ਮੰਗਲੀ ਪਿਆਰਿਓ, ਭਗਤਾਂ ਨੇ ਮੂੰਹ ਮੰਗਲੀ। ਜਿਹੜੀ ਮੌਤ ਤੋਂ ਜਿਸ ਮਰਨੇ ਤੇ ਜੱਗ ਡਰੈ ਮੇਰਾ ਮਨ ਅੰਨਾ। ਜਿਹੜੇ ਮਰਨੇ ਤੋਂ ਜੱਗ ਡਰ ਰਿਹਾ ਹੈ ਵੀ ਹਾਏ ਮਰਨਾ ਜਾਈਏ, ਹਾਏ ਮਰਨ ਨਾਲੇ ਛੱਡਦੀ ਨਹੀਂ, ਕਿਸੇ ਨੂੰ ਨਹੀਂ ਬਖਸ਼ਦੀ। ਜੈ ਮਰਨਾ ਸਭ ਜਗਤ ਤਰਾਸਿਆ, ਇੱਕ ਬਚਨ ਹੈ ਕਬੀਰ ਜੀ ਦਾ।
सो मरना गुर शब्द प्रगासिया। कहते गुरु ने इहो जी कृपा करती, मरण दी सोझी पाती, सोझी पाती। मन तू जोत स्वरूप है, अपना मूल पछाण, मन हर जी तेरे नाल है, गुरमती रंग मूल पछाण है, तां सौ जान है, मरण जीवन की सोझी होई। सोझी पहला नहीं हो सकती। जे आप कहिए मैं बहुत तिखा है, मैं बड़ा दिमाग है, ये दुनिया दुनिया च होना है, यह गल नहीं हल कर सकता तेरा दिमाग। ये हल तां ये दुनिया चों लई मत ने हल नहीं करना, गुरु कोलों लए होए शब्दां ने हल करना है। हो जाऊगा हल, ऐसी गल नहीं हुंदा, पर होऊगा कद जद गुरु पातशाह महाराज कृपा करनगे, गुरु दी मत, गुरु दे शब्द, गुरु दी बाणी दे नाल ये सिद्ध होनी है। गल होनी नहीं होना चाहिए, ये गल नूं नहीं समझ सकते आपां। होर थां बथेरे थां बड़ा कुछ कर जांगे, पर इत्थे मरण जीवन की सोझी। गुर प्रसादी एको जाना, दूजा भाव ना होई, मन शांत आई, बजी बधाई, तां हुआ प्रवान। क्यों कह नानक मन तू जोत स्वरूप है, अपना मूल पछाण। जय मरना सब जगत तरासिया, सो मरना गुर शब्द प्रगासिया। अब कैसे मरूं, मरण मन मानिया। मन मन जाता है आपदा, दूजे का नहीं आप कह सकते भी इहदा भी नाल मन जिहदा कीता कित्थे फिरदा। ये अपनी गल कीती, इत्थे करमी आपो अपनी आप दी गल कीती। हुण किसी का मन मन जाता है, बाणी पढ़न वास्ते, पाठ करन वास्ते, इस मार्ग ते चलण, दूजे का नहीं मनदा, मनदा ही नहीं दूजे का। उहदे की पता की कर्मां च की किधर नूं जाना, उहने की लिखिआ। जय मरना सब जगत तरासिया, सो मरना गुर शब्द प्रगासिया। अब कैसे मरूं, मरण मन मानिया। किवें मरना है गुरु ने दसता, वो मरण वास्ते मन मन गया। मन मानिया तो हर जान, नाम संग जिसका मन मानिया, नानक तिनै निरंजन जान। उन्होंने जान कृपा हो गई। अब कैसे मरूं, मरण मन मानिया, मर मर जाते जिन्नी राम ना जानिया। जिन्हां ने ये नहीं जानिया वो वारी वारी मरनगे, जम्मणगे मरनगे, जम्मणगे मरनगे, उन्होंने जानिया। मर मर जाते जिन्नी राम ना जानिया। कबीर मरता मरता जग मुआ, मर भी ना जानिया कोई। ऐसी मरनी जो मरै, बोहर ना मरना कोई। ऐ चीज सिखाई है। कोई बीबी, कोई भाई, कोई नौजवान, कोई बुढ़ा, कोई इस मत नूं अपने अंदर टका लवे ते महाराज कहते मेरी गारंटी है पार लगे, डुबेगा नहीं। वो जन्म मरण विच नहीं आएगा। जिसने इस बचन नूं बह के हल कीता, कमाईया है। आपां कहने भजन करना है, घंटा 2 घंटे बैठ के दुनिया दे मन तो ला के, दुनिया नूं छड्ड के, संसार नूं ताज अवमान मोह माया फुन, भजन राम चित लावो। जिन्हां ने ताज अवमान मोह माया फुन, ये सारे मोह दे संगल कट के, माया सारी उत्तों ला के, ते फिर जदों परमात्मा दा भजन करेगा, उहदे विचों ये विचारां निकलणगीਆਂ ਜਿਹੜੀਆਂ तेरे जन्म मरण नूं कटणगीਆਂ। बहुत कुछ की पछाण होनी है अंदरों ही तेरे, जब उस नाल जुड़ के भजन करेगा ना, ते तैनूं अणभवी दे विचों ऐसियां चीज़ां वस्तुआं निकलणगीਆਂ जिते मन भी आपदी मोहर लाऊगा भी हाँ भी आ सच है। अजे किसी दे कहण कहाउण ते हाँ कह जू, अगे अगे गाहां मन्ने ना मन्ने, दा की पता। नाम संग जिसका मन मन गया, नानक तिनै निरंजन जानिया। आओ गुरु प्यारिओ, तीसरे प्यारे ने भी सिर दे दिता। वो कहता मैं देखी गया, फिर चौथा, फिर पंजवां। जो 5 सिर ले ले ना, ते कहंदे गुरु पातशाह महाराज ने फिर कहंदे एक जिन्हों वाटा कहने आपां लोहे की कड़ाही मंगाई, विच उहदे सतलुज दा जल पाया। महाराज कहते अज अमृत तैयार करना है। अमृत सुर नर मुनजन अमृत खोज दे, सो अमृत गुरते। अज वो अमृत ना मैं सिखां नूं मुक्त करने वास्ते वो अरशां दी चीज जिहड़ी फरशां ते लिया देनी, अज इत्थे दे देना सारा कुछ मैं दे जाना, क्योंकि गुरु कलगीधर धरती ते आया, कुछ दे के जाऊगा।
ਆ ਮੁਕਤ ਹੋਣ ਵਾਸਤੇ ਮੈਂ ਅੰਮ੍ਰਿਤ ਦੇ ਕੇ ਜਾਣਾ ਹੈ। ਅੰਮ੍ਰਿਤ ਲਿਆਂਦਾ, ਜਲ ਲਿਆਂਦਾ। ਫਿਰ ਗੁਰੂ ਪਾਤਸ਼ਾਹ ਮਹਾਰਾਜ ਨੇ ਖੰਡਾ ਲੈ ਕੇ ਤੇ ਫਿਰ ਉਹਦੇ ਨਾਲ ਉਹ ਕਹਿੰਦਾ ਮੈਂ ਦੇਖੀ ਜਾ ਰਿਹਾ। ਉਹਨੇ ਕੋਈ ਮੈਨੂੰ ਸੁਣਿਆ ਤਾਂ ਹੈ ਨਹੀਂ, ਪਰ ਉਹਨੇ ਕਲਮਾ ਪੜ੍ਹਨਾ ਸ਼ੁਰੂ ਕੀਤਾ। ਬਾਣੀ ਬਚਨ ਸ਼ਬਦ ਅੰਮ੍ਰਿਤ ਬਾਣੀ ਪੜ੍ਹਨੀ ਸ਼ੁਰੂ ਕੀਤੀ ਤੇ ਕਹਿੰਦੇ ਉਹ ਤਕਰੀਬਨ ਪੌਣਾ ਘੰਟਾ, ਜਿਹਨੂੰ ਆਪਾਂ ਅੱਜ ਕੱਲ ਕਹਿ ਦਿੰਦੇ ਆ ਪੌਣਾ ਘੰਟਾ, ਕਹਿੰਦੇ ਉਹ ਜਾਪ ਹੁੰਦਾ ਰਿਹਾ, ਉਹ ਕਲਮਾ ਪੜ੍ਹਦਾ ਰਿਹਾ। ਸਿਰ ਕੋਲੇ ਪਏ ਆ ਵੱਡੇ, ਉਹ ਕਲਮਾ ਪੜ੍ਹ ਕੇ ਤੇ ਉਹਦੇ ਵਿੱਚ ਪਤਾਸੇ ਪਾਏ ਗਏ। ਪਤਾਸੇ ਤੁਸੀਂ ਪਤਾਸੇ ਦੇਖੋ, ਜਦੋਂ ਕਿਤੇ ਪਤਾਸੇ ਪਾਉਣੇ ਆ ਨਾ ਅੰਮ੍ਰਿਤ ਛਕਦੇ ਜਦੋਂ ਆਪਾਂ, ਉਹ ਸਾਰੇ ਪਤਾਸੇ ਇੱਕੋ ਜਿਹੇ ਨਹੀਂ ਹੁੰਦੇ। ਕੋਈ ਵੱਡਾ, ਕੋਈ ਛੋਟਾ, ਕੋਈ ਵੱਡਾ, ਕੋਈ ਛੋਟਾ, ਕੋਈ ਕਿੱਦਾਂ ਦਾ ਵੱਖਰੇ ਵੱਖਰੇ ਹੁੰਦੇ ਆ। ਪਰ ਜਦੋਂ ਬਾਟੇ ਵਿੱਚ ਪਾ ਕੇ ਖੰਡਾ ਫੇਰਤਾ ਨਾ, ਉਹ ਸਾਰੇ ਹੀ ਉਹਦੇ ਵਿੱਚ ਲਏ ਹੋ ਜਾਂਦੇ ਆ। ਸਾਡੇ ਚ ਅੰਮ੍ਰਿਤ ਛਕਣ ਵਾਲੇ ਵੀ ਕੋਈ ਕਿੱਦਾਂ ਦਾ ਹੁੰਦਾ, ਕੋਈ ਉਮਰਾਂ ਦੇ ਵਿੱਚ ਵੀ ਸਾਰੇ ਹਾਣੀ ਨਹੀਂ ਹੁੰਦੇ, ਕੋਈ ਵੱਡਾ ਹੁੰਦਾ, ਕੋਈ ਛੋਟਾ ਹੁੰਦਾ। ਸਮਾਜ ਦੇ ਪੱਖੋਂ ਵੀ ਕੋਈ ਵੱਡਾ ਹੈ, ਕੋਈ ਛੋਟਾ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਕਿਸੇ ਧਰਮ ਦਾ ਹੈ। ਮਹਾਰਾਜ ਕਹਿੰਦੇ ਆ ਜਾਓ, ਜਿਹਨੇ ਛਕ ਲਿਆ ਨਾ ਸਾਰੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗਤ। ਸਾਰਿਆਂ ਨੂੰ ਮੁਕਤ ਕਰਨ ਵਾਸਤੇ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਆਓ ਮੈਂ ਤੁਹਾਡਾ ਲੇਖਾ ਨਿਬੇੜਾ ਸਾਰਾ। ਅੱਜ ਕਿੱਡੇ ਦਿਆਲੂ ਹੋਏ ਨੇ ਗੁਰੂ ਪਾਤਸ਼ਾਹ ਮਹਾਰਾਜ ਨੇ। ਕਹਿੰਦੇ ਉਹ ਪੰਜ ਜਿਹੜੇ ਸੀ ਨਾ, ਫਿਰ ਆਪਣੇ ਜਾਪ ਕਰਕੇ ਵਿੱਚ ਪਤਾਸੇ ਪਾ ਕੇ ਜਦੋਂ ਕਲਮਾ ਪੜ੍ਹ ਕੇ ਹਟੇ ਤੇ ਕਹਿੰਦੇ ਨਾ ਉਸਨੇ ਫਿਰ ਉਹ ਜਿਹੜਾ ਸੀ ਨਾ ਜਲ ਸੀ ਜਿਹੜਾ ਉਹਨੇ ਤਿਆਰ ਕੀਤਾ, ਉਹਨੂੰ ਆਬਿਆ ਹਯਾਤ ਲਿਖਦੇ। ਆਬਿਆ ਹਯਾਤ ਅੰਮ੍ਰਿਤ, ਉਹ ਅੰਮ੍ਰਿਤ ਜਿਹੜਾ ਸੀ ਨਾ, ਕਹਿੰਦੇ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਸਿਰ ਕੱਟੇ ਹੋਏ ਸੀਗੇ, ਇਉਂ ਨਾਲ ਲਾ ਕੇ ਸਿਰ ਰੱਖਿਆ ਤੇ ਕਹਿੰਦੇ ਜਦੋਂ ਇਉਂ ਕਰਕੇ ਜਲ ਪਾਇਆ ਨਾ, ਕਹਿੰਦੇ ਮੇਰੀਆਂ ਅੱਖਾਂ ਦੇ ਸਾਹਮਣੇ ਕਹਿੰਦੇ ਉੱਠ ਕੇ ਬਹਿ ਗਿਆ। ਕਹਿੰਦਾ ਮੇਰੇ ਕਹਿੰਦਾ ਅੰਦਰੋਂ ਨਿਕਲਿਆ, ਮੈਂ ਲਿਖੀ ਦਾ ਰਿਪੋਰਟ ਰੰਗਜੇਬ ਨੂੰ ਜਾਂਦਾ ਸੀ। ਮੈਂ ਆਖਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਅੱਜ ਪ੍ਰਤੱਖ ਦੇਖ ਲਿਆ ਵੀ ਇਹ ਰੱਬ ਨੇ। ਮੈਂ ਤਾਂ ਇਹਨਾਂ ਦੀਆਂ ਸੀੜੀਆਂ ਲੈਂਦਾ ਸੀ, ਕੀ ਲਿਖੂੰਗਾ ਇਹਨਾਂ ਦੇ ਬਾਰੇ, ਮੈਂ ਕੀ ਲਿਖੂੰਗਾ, ਮੇਰੀ ਕਲਮ ਖੜ ਗਈ। ਕਹਿੰਦੇ ਮੈਂ ਕੀ ਲਿਖਾਂ, ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ। ਕਾਗਦਾਂ ਤੇ ਨਹੀਂ ਲਿਖਿਆ ਜਾਂਦਾ ਇਹਦੀ ਮਹਿਮਾ। ਕਹਿੰਦਾ ਮੇਰੀ ਕਲਮ ਰੁਕ ਗਈ, ਮੈਂ ਦੇਖ ਰਿਹਾ ਅੱਖਾਂ ਦੇ ਨਾਲ। ਕਹਿੰਦੇ ਮੈਂ ਇਕੱਲਾ ਹੀ ਨਹੀਂ, ਉੱਥੇ ਹਜ਼ਾਰਾਂ ਬੰਦਾ ਦੇਖ ਰਿਹਾ ਇਹ ਗੱਲ, ਪਰ ਕੀ ਕਰਿਆ ਜਾਵੇ, ਲਿਖਣ ਵਾਲਾ ਇਕੱਲਾ ਉਹੀ, ਨਹੀਂ ਤਾਂ ਕੌਮ ਉਲਝਦੀ ਇਸ ਗੱਲ। ਲਿਖਣ ਵਾਲਾ ਉਹੀ ਹੈ, ਦੇਖਣ ਵਾਲੇ ਬੜੇ ਨੇ ਉੱਥੇ, ਜਿਨ੍ਹਾਂ ਨੇ ਘਰਾਂ 'ਚ ਆ ਕੇ ਦੱਸਿਆ। ਜੇ ਨਾ ਗੱਲ ਕਿਤੇ ਇਹ ਹੁੰਦੀ ਬੱਕਰੇ ਵਾਲੀ ਜਾਂ ਹੋਰ ਹੁੰਦੀ, ਉਹਨਾਂ ਨੇ ਲੋਕਾਂ ਨੇ ਆ ਕੇ ਘਰਾਂ 'ਚ ਦੱਸਣਾ ਸੀ ਵੀ ਲੈ ਗੁਰੂ ਸਾਹਿਬ ਨੇ ਡਰਾਮੇ ਹੀ ਕਰਦੇ ਉੱਥੇ। ਅੱਜ ਸੱਚਾ ਖਾਲਸਾ ਸੱਜ ਰਿਹਾ ਬਿਲਕੁਲ, ਤੇ ਇੱਥੇ ਝੂਠ ਨਹੀਂ ਬੋਲਦਾ ਹੁੰਦਾ। ਗੁਰੂ ਕਦੇ ਵੀ ਝੂਠ ਨਹੀਂ ਬੋਲਦਾ, ਗੁਰੂ ਕਦੇ ਨਹੀਂ ਝੂਠ ਬੋਲਦਾ ਵੀ ਸਿਰ ਦੇ ਦਿਓ ਅੰਦਰ ਗੱਲ ਕੁਛ ਹੋਰ, ਏਦਾਂ ਨਹੀਂ ਕਰਦੇ ਹੁਣ ਕਹਿੰਦੇ ਫੇਰ ਉਹ ਇੱਕ ਦੇ ਮੁਖ ਵਿੱਚ ਪਾਇਆ, ਉਹ ਬੈਠਾ ਹੋ ਗਿਆ, ਫਿਰ ਦੂਸਰੇ ਦੇ ਪਾਇਆ, ਦੂਸਰਾ ਬੈਠਾ ਹੋ ਗਿਆ, ਪੰਜੇ ਦੇ ਪੰਜੇ ਸਾਹਮਣੇ ਬੈਠੇ, ਪੰਜੇ ਕਦੇ ਬੈਠੇ। ਹੈਰਾਨ ਕਹਿੰਦੇ ਸਾਰਾ ਪੰਡਾਲ, ਮੈਂ ਆਪ ਹੈਰਾਨ ਵਿਸਮਾਦ ਹੋ ਗਿਆ ਐਸੇ ਕੌਤਕ ਦੇਖ ਕੇ। ਤੇ ਫਿਰ ਕਹਿੰਦੇ ਜਦੋਂ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਉਹਨਾਂ ਦੇ ਅੱਗੇ ਜਦੋਂ ਮੈਂ ਆਹ ਚੀਜ਼ ਦੇਖੀ, ਮੈਂ ਹੈਰਾਨ ਬਣ ਗਿਆ। ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉਹਨਾਂ ਅੱਗੇ ਫਤਿਹ ਬੁਲਾ ਕੇ ਹੱਥ ਜੋੜ ਲਏ। ਕਹਿੰਦੇ ਜੀ ਹੁਣ ਮੈਨੂੰ ਵੀ ਅੰਮ੍ਰਿਤ ਦੇ ਦਿਓ। ਆਪ ਤਿਆਰ ਕਰਨ ਵਾਲੇ, ਆਪ ਨਿਰੰਕਾਰ ਦਾ ਸਰੂਪ, ਮੈਂ ਆਪਣਾ ਸਤ ਤੋਹੇ ਨਵਾਜਾ, ਅਕਾਲ ਪੁਰਖ ਦਾ ਪੁੱਤਰ, ਕਹਿੰਦੇ ਮੈਨੂੰ ਵੀ ਅੰਮ੍ਰਿਤ ਦੇ ਦਿਓ। ਤੇ ਉਸ ਵੇਲੇ ਜਦੋਂ ਇੰਨੀ ਗੱਲ ਕਹੀ ਤੇ ਭਾਈ ਦਇਆ ਸਿੰਘ ਜੀ, ਉਹਨਾਂ ਦੇ ਨਾਂ ਸਿੰਘ ਰੱਖੇ ਗਏ।
ਜਿਹਦਾ ਨਾਂ ਧਰਮ ਚੰਦ ਸੀ, ਧਰਮ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ, ਬੋਹਕਮ ਸਿੰਘ, ਸਾਰਿਆਂ ਦੇ ਨਾਂ ਸਿੰਘ ਲਾ ਕੇ ਰੱਖਿਆ ਗਿਆ। ਤੇ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਪਹਿਲਾਂ ਗੋਬਿੰਦ ਰਾਏ ਸੀ। ਕਹਿੰਦੇ ਮੈਨੂੰ ਵੀ ਗੋਬਿੰਦ ਰਾਏ ਤੋਂ ਸਿੰਘ ਬਣਾ ਦਿਓ, ਅੰਮ੍ਰਿਤ ਛਕਾ ਦਿਓ ਮੈਨੂੰ ਵੀ। ਉਸ ਵੇਲੇ ਕਹਿੰਦੇ ਉਹਨਾਂ ਵਿੱਚੋਂ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਅਸੀਂ ਸਿਰ ਦੇ ਕੇ ਅੰਮ੍ਰਿਤ ਲਿਆ, ਅਸੀਂ ਸੇਸ ਦਿੱਤੇ ਆ, ਪਹਿਲਾਂ ਦਿੱਤੇ ਐ, ਸਿਰ ਦੇ ਕੇ ਅੰਮ੍ਰਿਤ ਛਕਿਆ। ਤੇ ਆਪ ਜੀ ਕਹਿੰਦੇ ਮੈਨੂੰ ਵੀ ਅੰਮ੍ਰਿਤ ਛਕਾ ਦਿਓ। ਤੇ ਮਹਾਰਾਜ ਕਹਿੰਦੇ ਮੇਰਾ ਸਿਰ ਮੇਰਾ ਲੈ ਲਓ, ਇੱਥੇ ਕਿਹੜਾ ਦੇਰੀ ਹੈ, ਮੇਰਾ ਸਿਰ ਲੈ ਲਓ। ਕਹਿੰਦੇ ਮਹਾਰਾਜ ਸਿੱਖ ਵੀ ਇੱਕ ਸਿਰ ਦੇ ਕੇ ਸਾਨੂੰ ਵੀ, ਤੇ ਤੁਸੀਂ ਵੀ ਇੱਕ ਸਿਰ ਦੇ ਕੇ ਹੀ ਲਓ। ਫਿਰ 10ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਭਾਈ ਦਇਆ ਸਿੰਘ ਮੈਂ ਕਰਦਾ ਬਚਨ ਤੁਹਾਡੇ ਨਾਲ। ਪੰਜ ਪਿਆਰੇ ਪੰਥ ਖਾਲਸਾ ਸਾਹਮਣੇ ਸਤਿਗੁਰ ਮੇਰਾ ਸੱਜਣ ਸੂਰਾ, ਸਤਿਗੁਰ ਮੇਰਾ ਖਾਲਸਾ ਮੇਰਾ ਸਤਿਗੁਰ ਪੂਰਾ। ਕਹਿੰਦੇ ਮੈਂ ਤੁਹਾਡੇ ਅੱਗੇ ਬਚਨ ਕਰਦਾ ਕਿ ਮੈਨੂੰ ਅੰਮ੍ਰਿਤ ਛਕਾਓ ਤੇ ਮੈਂ ਸਾਰਾ ਸਰਬੰਸ ਦੇ ਸਿਰ ਲਾ ਦਿਆਂਗਾ, ਕੁਛ ਨਹੀਂ ਬਚਾ ਕੇ ਰੱਖਾਂਗਾ, ਸਭ ਕੁਛ ਹੀ ਲਾ ਦਿਆਂਗਾ ਲੇਖੇ ਦੇ, ਇੱਕ ਵੀ ਨਹੀਂ ਰੱਖਦਾ ਪਿੱਛੇ, ਸਭ ਕੁਛ ਮਾਰ ਦਿਆਂਗਾ। ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਛਕਾਇਆ, ਜਿਹਨੂੰ ਅਸੀਂ ਕਈ ਵਾਰੀ ਟਾਲ ਮਟੋਲੀ ਕਰ ਜਾਂਦੇ। ਅਸੀਂ ਕਹਿੰਦੇ ਚਲੋ ਛੱਡੋ ਜੀ, ਅੰਮ੍ਰਿਤ ਦਾ ਕੀ ਛਕਣਾ ਹੈ ਜੀ, ਕੀ ਲੋੜ ਹੈ ਜੀ, ਐਦਾਂ ਉਦਾਂ ਕਰਕੇ ਦੁਨੀਆ 'ਚ 4 ਦਿਨ ਜਿਹੜੇ ਸਾਨੂੰ ਮਿਲੇ ਐ ਲੰਘਣ ਵਾਸਤੇ ਉਹ ਇੱਥੇ ਗਵਾ ਲੈਂਦੇ ਆ, ਤੇ ਮੁੜ ਕੇ ਸਮਾਂ ਲੰਘ ਜਾਂਦਾ ਤੇ ਫਿਰ ਮੁੜ ਕੇ ਤੁਰੇ ਫਿਰਦੇ ਰੁਲਦੇ ਫਿਰਦੇ ਇੱਥੇ। ਮੁੜ ਕੇ ਕੌਣ ਪੁੱਛਦਾ, ਮਰ ਮਰ ਜਾਤੇ ਜਿੰਨੀ ਰਾਮ ਨਾ ਜਾਣੇ, ਭਟਕਦੇ ਰਹਿੰਦੇ ਜੀ ਰਾਮ ਨਾ ਜਾਣਨ ਜਿਹੜੇ, ਭਟਕਦੇ ਹੀ ਰਹਿੰਦੇ ਆ, ਭਟਕਦੇ। ਤੋ ਆਓ 10ਵੇਂ ਪਾਤਸ਼ਾਹ ਮਹਾਰਾਜ ਨੇ ਫਿਰ ਹਜ਼ਾਰਾਂ ਸੰਗਤਾਂ ਨੇ ਫਿਰ ਉੱਥੇ ਜਿਹੜਾ ਅੰਮ੍ਰਿਤ ਸੀ ਉਹ ਪਾਣ ਕੀਤਾ। ਫਿਰ 5 ਪਿਆਰਿਆਂ ਦੀ ਡਿਊਟੀ ਲੱਗੀ। ਫਿਰ ਉਹ ਲਿਖਣ ਵਾਲਾ ਲਿਖਦਾ, ਕਹਿੰਦਾ ਮੈਂ ਆਖਰੀ ਰਿਪੋਰਟ ਭੇਜ ਕੇ ਨਾ ਰੰਗਜੀਤ ਨੂੰ, ਤੇ ਮੈਂ ਵੀ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨ ਫੜਦੇ ਜਾ ਰਿਹਾ। ਮੈਂ ਸੱਚੇ ਪਾਤਸ਼ਾਹ ਜਾਣਦੇ ਹੋ ਤੁਸੀਂ ਅੰਤਰਜਾਮੀ ਹੋ, ਮੈਂ ਇਸ ਘਰ ਦਾ ਸੀਆਈਡੀ ਦੇਣ ਵਾਲਾ ਸੀ, ਪਰ ਜਦ ਮੈਂ ਤੁਹਾਡਾ ਆਹ ਦੇਖਿਆ ਨਾ ਕੁੱਤਕ, ਤੇ ਮਹਾਰਾਜ ਮੈਂ ਤੁਹਾਡਾ ਹੋ ਗਿਆ, ਮੈਨੂੰ ਜੋੜ ਦਿਓ, ਮੇਰੇ ਤੇ ਕਿਰਪਾ ਕਰ ਦਿਓ। ਫਿਰ ਕਹਿੰਦੇ ਮੈਨੂੰ ਅੰਮ੍ਰਿਤ ਛਕਾ ਕੇ ਤੇ ਫਿਰ ਉਹਦਾ ਨਾਂ ਅਜਮੇਰ ਸਿੰਘ ਰੱਖਿਆ, ਅਜਮੇਰ ਸਿੰਘ। ਤੇ ਜਿਹਨੇ ਗੁਰਮੁਖ ਪਿਆਰਿਓ ਗੁਰੂ ਪਾਤਸ਼ਾਹ ਮਾ ਉਸ ਦਿਨ ਤੋਂ ਕਹਿੰਦਾ ਹਰ ਮੈਂ ਗਿਆ ਗੁਆ ਨਹੀਂ ਕਿਤੇ, ਮੈਂ ਦੁਨੀਆ ਵੱਲ ਕਿੱਥੇ ਜਾਣਾ। ਹੁਣ ਜਿਹਦੇ ਕੋਲੇ ਹਮੇਸ਼ਾ ਹੀ ਰਹਿਣਾ ਉਹਨੂੰ ਛੱਡ ਕੇ ਹੋਰ ਕਿੱਧਰ ਜਾਣਾ ਦੱਸੋ। ਜਿਹਦੇ ਕੋਲੇ ਸਦਾ ਲਈ ਰਹਿਣਾ, ਸਦਾ ਲਈ, ਉਹਨੂੰ ਛੱਡ ਕੇ ਮੈਂ ਕਿੱਥੇ ਜਾਣਾ ਸੀ। ਨਾਲੇ ਅੱਖਾਂ ਨੇ ਸਭ ਕੁਛ ਮਨ ਮੰਨਿਆ ਹੋਇਆ, ਸਭ ਕੁਛ ਦੇਖਿਆ। ਕਹਿੰਦੇ ਫਿਰ ਮੈਂ ਗੁਰੂ ਸਾਹਿਬ ਦੇ ਨਾਲ ਹੀ ਜੰਗ ਯੁੱਧ ਵੀ ਕੀਤੇ। ਫਿਰ ਆਖਰੀ ਸਵਾਸਾਂ ਤੱਕ ਜਦੋਂ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ ਤੇ ਉਦੋਂ ਫਿਰ ਉਹਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਨਾਲ ਰਹਿ ਜਿਹੜਾ ਉੱਥੇ ਲਿਖਦਾ ਸੀ। ਇਸ ਕਰਕੇ ਕੱਲ ਨੂੰ ਵਿਸਾਖੀ ਦਾ ਦਿਹਾੜਾ ਹੈ, ਬਹੁਤ ਪਵਿੱਤਰ ਦਿਹਾੜਾ ਹੈ। ਉਸ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਹੈ। ਰੀਸਾਂ ਤਾਂ ਅੱਜ ਵੀ ਲੋਕ ਕਰਦੇ, ਕਹਿੰਦੇ ਜੀ ਮੈਂ 7 ਸਿਤਾਰੇ ਸਾਜ ਦੇਣੇ ਆ, ਕੋਈ ਕਹਿੰਦਾ ਮੈਂ ਐਂ ਕਰ ਦੇਣਾ। ਰੀਸਾਂ ਕਲਗੀਧਰ ਦੀਆਂ ਕਰਨੀਆਂ ਵੀ ਸਿਤਾਰੇ ਸਾਜੋ, ਚਾਹੇ ਸੂਰਜ ਸਾਜ ਦਿਓ, 7 ਚੰਦਰਮਾ ਸਾਜ ਦਿਓ, ਕੱਪੜੇ ਪਾਉਣੇ ਆ ਤੁਸੀਂ, ਹੋਰ ਕੀ ਕਰਨਾ। ਭਾਵੇਂ 70 ਸਾਜ ਦਿਓ, 7 ਦਾ ਕੀ ਹੈ, 100 1000 ਸਾਜ ਦਿਓ, ਇਹ 1000 ਸਾਜਤਾ ਸਾਜੀ ਜਾਓ ਬੈਠੇ। ਕਲਗੀਧਰ ਵਰਗਾ ਇੱਕ ਵੀ ਸਾਜ ਕੇ ਦਿਖਾਓ। ਜਿਹੜਾ 10ਵੇਂ ਪਾਤਸ਼ਾਹ ਕਿਹੜਾ ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਨੂੰ ਵਾਰਨ ਵਾਲਿਆ, ਕਿਹੜਾ ਤੇਰੀਆਂ ਰੀਸਾਂ ਤੇਰੇ ਵਰਗਾ ਖਾਲਸਾ ਸਾਜ ਕੇ ਆਪਣਾ ਰੂਪ ਦੇ ਕੇ, ਤੇ ਜਿਹੜਾ ਆਖੇ ਇਨ ਪੁੱਤਰਨ ਕੇ ਸੀਸ ਪੈ ਵਾਰਦੀ ਏ ਸਤਿਕਾਰ, ਕਿਹੜਾ ਜਿਹੜਾ ਆਪਦੇ ਪੁੱਤ ਘਮਾ ਦੂਗਾ। ਹੈ ਕੋਈ ਪਾਸੇ ਹੀ ਤਾਂ ਭਵਨ ਦੀ ਕੱਢ ਦੇ ਤੇ ਤੁਸੀਂ ਇੱਧਰ ਟੱਪ ਜਾਓ ਤੇ ਤੁਹਾਡਾ ਵੀਜ਼ਾ ਲਵਾ ਦੇਣਾ, ਇੱਥੇ ਤਾਂ ਰੌਲਾ ਪੈਣ ਲੱਗ ਗਿਆ। ਇਹੋ ਜਿਹਾ ਕੁਛ ਕਰਨ ਵਾਲੇ ਤਾਂ ਮਿਲ ਜਾਣਗੇ।
पर जे कहिए ना भी कलगीधर वर्गा कोई ਉਹ ਤਾਂ ਗੁਰਮੁਖ ਪਿਆਰੋ ਤੇਰੇ ਜਿਹਾ ਤਾਂ ਤੂੰ ਦਾਤਾ ਤੇਰੇ ਜਿਹਾ ਕੋਈ ਹੋਰ ਨਹੀਂ ਤੇਰੇ ਵਰਗਾ ਕੋਈ ਹੋਰ ਨਹੀਂ ਨਜ਼ਰ ਆਉਂਦਾ ਸੰਸਾਰ ਦੇ ਉੱਤੇ ਨਾ ਪਹਿਲਾਂ ਵਾਲੇ ਇਤਿਹਾਸ ਪੜ੍ਹ ਕੇ ਦੇਖ ਲਓ ਨਾ ਕੋਈ ਉਹਨਾਂ ਚੋਂ ਅਜੇ ਗੁਰੂ ਦੇ ਸਿੱਖਾਂ ਵਿੱਚੋਂ ਲੱਭ ਜਾਂਦੇ ਨੇ ਜਿਨ੍ਹਾਂ ਨੇ ਸਾਰਾ ਕੁਝ ਹੀ ਵਾਰ ਦਿੱਤਾ सारे पुत सब परिवारां दे परिवार जिहड़े वार के गुरु दे प्यार विच वो कदे भी गुरु दी रीसा नहीं करते वो गुरु दे चरनां दी धूड़ बन के रहिंदे ने वो कदे मुकाबलेबाजी नहीं करते बराबरताई नहीं करते हुंदे वो कदे असीं तां उहदे चरण दे धूड़ बराबर भी नहीं उन्हां विच मान हंकार नहीं हुंदा जिहड़े बराबरताइयां करदे उहदे उहनां दे पल्ले कख नहीं हुंदा आओ ਤੁਹਾਨੂੰ ਬਹੁਤ ਬਹੁਤ ਕੱਲ ਨੂੰ ਦਿਹਾੜਾ ਹੈ ਵਿਸਾਖੀ ਦਾ ਵਿਸਾਖੀ ਦੀਆਂ ਕਿਉਂਕਿ ਅੱਜ ਆਪਾਂ ਇਕੱਤਰ ਹੋਏ ਆ ਕੱਲ ਨੂੰ ਅਸੀਂ ਵੀ ਉੱਥੇ ਰਾਜਸਥਾਨ ਦੇ ਵਿੱਚ ਦੀਵਾਨ ਉੱਥੇ ਜਾ ਕੇ ਹਾਜ਼ਰੀ ਭਰਨੀ ਹੈ ਅੱਜ ਇੱਥੇ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ ਅੱਜ ਆਪਾਂ ਉਹਨਾਂ ਨੂੰ ਯਾਦ ਕੀਤਾ ਹੈ ਕਿਵੇਂ ਉਹਨਾਂ ਨੇ ਸੀਸ ਦਿੱਤੇ ਪੰਜ ਪਿਆਰਿਆਂ ਦੀ ਸਾਜਨਾ ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਜਿੰਨਾ ਅਸੀਂ ਕੁਝ ਸੁਣਦੇ ਆ ਉਹਨਾਂ ਸਾਡੇ ਪੱਲੇ ਪੈਂਦਾ ਅਸੀਂ ਸਾਨੂੰ ਪਤਾ ਹੈ ਕੱਲ ਨੂੰ ਕੋਈ ਸਾਨੂੰ ਪੁੱਛ ਵੀ ਲਊਗਾ ਵੀ ਕਿੱਦਾਂ ਗੁਰੂ ਪਾਤਸ਼ਾਹ ਮਹਾਰਾਜ ਨੇ ਖਾਲਸਾ ਸਾਜਿਆ ਸੀ ਤੇ ਅਸੀਂ ਦੱਸਣ ਜੋਗੇ ਵੀ ਜਿਹੜੇ ਕਿਤੇ ਜਾਂਦੇ ਨਹੀਂ ਕਿਤੇ ਸੰਗਤ 'ਚ ਨਹੀਂ ਜਾਣਾ ਗੁਰੂ ਘਰ ਦਾ ਇਤਿਹਾਸ ਨਹੀਂ ਪੜ੍ਹਨਾ ਮੋਬਾਈਲ ਦੇਖੀ ਜਾਣੇ ਟੈਲੀਵਿਜ਼ਨ ਦੇਖੀ ਜਾਣੇ ਚਲੋ ਤਾਂ ਛੱਡ ਗਏ ਟੀਵੀ ਦਾ ਲੋਕ ਦੇਖਣਾ ਹੁਣ ਤਾਂ ਮੋਬਾਈਲ ਹੀ ਚੱਲਦੇ ਆ ਤੇ ਇਹਨਾਂ ਚੀਜ਼ਾਂ ਦੇ ਵਿੱਚ ਲੱਗੇ ਰਹਿੰਦੇ ਆ ਜਿਹੜੇ ਉਹਨਾਂ ਨੂੰ ਫਿਰ ਕਦੇ ਕਦੇ ਕਈ ਵਾਰੀ ਕੋਈ ਐਸਾ ਪੇਪਰ ਸਿਰ ਦੇ ਨਾਲ ਦਾ ਕੀ ਪੈਣਾ ਸੀ ਇੰਨਾ ਕੀ ਪੁੱਛ ਲੈਂਦੇ ਨੇ ਵੀ ਜਿਹੜਾ ਭਾਈ ਪੰਜ ਪਿਆਰੇ ਸੀਗੇ ਕਹਿੰਦੇ ਹਾਂ ਨਾਂ ਦੱਸਿਓ ਉਹਨਾਂ ਦਾ ਉਹ ਫਿਰ ਇੱਕ ਦੂਜੇ ਕਿਨੇ ਉੱਥੇ ਆ ਮੇਲਿਆਂ ਦੇ ਵਿੱਚ ਜਾਂਦੀਆਂ ਨੇ ਕਈ ਦਮਦਮਾ ਸਾਹਿਬ ਵਿਸਾਖੀ ਤੇ ਬੀਬੀਆਂ ਜਾਣਗੀਆਂ ਹੁਣ ਕੱਲ ਨੂੰ ਵਿਸਾਖੀ ਹੈ ਜਾਣਗੀਆਂ ਉਹ ਕਿਰਾਇਆ ਫਰੀ ਇੱਕ ਨਾਲੇ ਚੱਲ ਜਾਏ ਆਉਣਗੀਆਂ ਚੱਲ ਆਪਾਂ ਚੱਲਦੇ ਆ ਦੇਖ ਕੇ ਆਉਣੇ ਹੋਰ ਨਹੀਂ ਤਾਂ ਚੂੜੀਆਂ ਹੀ ਲੈ ਆਵਾਂਗੇ ਕੋਈ ਹੋਰ ਚੀਜ਼ਾਂ ਪਰ ਉਹਨਾਂ ਬਾਰੇ ਕਈ ਵਾਰੀ ਪੱਤਰਕਾਰ ਮਿਲ ਜਾਂਦੇ ਆ ਉਹ ਪੁੱਛ ਲੈਂਦੇ ਆ ਕਹਿੰਦੇ ਬੀਬੀ ਜਿਹੜਾ ਅੰਮ੍ਰਿਤ ਛਕਾਇਆ ਸੀ ਕਹਿੰਦੇ ਹਾਂਜੀ ਕਹਿੰਦੇ ਕਿਹੜੀਆਂ ਕਿਹੜੀਆਂ ਬਾਣੀਆਂ ਪੜ੍ਹੀਆਂ ਸੀ ਉਹਦੇ ਮੂਹਰੇ ਮੈਕ ਕਰ ਦਿੰਦੇ ਆ ਤੇ ਉਹ ਮੁੜ ਕੇ ਫਿਰ ਚੁੰਨੀ ਥੱਲੇ ਮੂੰਹ ਦਿੰਦੀ ਫਿਰਦੀ ਹੈ ਕਿਹੜੀਆਂ ਹੋਈਆਂ ਮੈਂ ਤਾਂ ਕਦੇ ਦੇਖਣ ਮੈਨੂੰ ਤਾਂ ਭਾਈ ਪਤਾ ਨਹੀਂ ਹੁਣ ਉਹਨੂੰ ਤਾਂ ਵਿਚਾਰ ਨੂੰ ਕੀ ਪਤਾ ਉਹ ਤਾਂ ਬਸ ਆਲੂ ਮਟਰ ਬਣਾ ਲਓ ਘਰੇ ਗੋਭੀ ਬਣਾ ਲਓ ਤਾਂ ਇਹਨਾਂ ਗੱਲਾਂ ਜਾਣਦੀ ਉਹਨੂੰ ਕੀ ਪਤਾ ਕਿਹੜੀਆਂ ਬਾਣੀਆਂ ਨਾ ਉਹਨੇ ਕਿਤੇ ਪੜ੍ਹੀਆਂ ਨਾ ਉਹਨੇ ਕਿਤੇ ਅਸੀਂ ਆਪਦੇ ਇਤਿਹਾਸ ਤੋਂ ਵੀ ਜਾਣੂ ਨਹੀਂ ਆ ਜੇ ਪੁੱਛ ਲੈ ਭਾਈ ਪੰਜ ਪਿਆਰਿਆਂ ਦੇ ਨਾਂ ਕੀ ਸੀ ਜਿਨ੍ਹਾਂ ਨੇ ਸਿਰ ਦਿੱਤੇ ਐ ਸੰਸਾਰ ਦੇ ਉੱਤੇ ਮਿਸਾਲ ਹੈ ਇੱਕ ਦੁਨੀਆ ਦੇ ਤੱਕ ਤੁਹਾਡੇ ਧਰਮ ਦੀ ਵੀ ਇਹੋ ਜਿਹੇ ਪਿਆਰੇ ਬੜੇ ਰਹੇ ਨੇ ਸੰਤਾਂ ਮਹਾਂਪੁਰਖਾਂ ਕੋਲੇ ਪਰ ਇਹੋ ਜਿਹੇ ਕੋਈ ਨਹੀਂ ਜਿਨ੍ਹਾਂ ਨੇ ਪ੍ਰਤੱਖ ਸਿਰ ਦਿੱਤੇ ਹੋਣ ਉਹਨਾਂ ਨੂੰ ਉਹਨਾਂ ਦਾ ਕੋਈ ਨਾਂ ਉਦੋਂ ਚੁੱਪ ਫਿਰ ਕੱਲੀਆਂ ਬੀਬੀਆਂ ਹੀ ਨਹੀਂ ਬੰਦਿਆਂ ਦਾ ਵੀ ਇਹੀ ਹਾਲ ਹੀ ਭਾਈਆਂ ਦਾ ਵੀ ਇਹੀ ਹਾਲ ਹੈ ਕੋਈ ਵਿਰਦੇ ਨੇ ਜਿਹੜੇ ਕਹਿੰਦੇ ਹਾਂ ਵੀ ਫਲਾਨਾ ਸੀ ਮੈਨੂੰ ਪੁੱਛੋ ਕੋਈ ਹੈ ਨਹੀਂ ਤਾਂ ਸਭ ਇੱਕ ਦੂਜੇ ਦੇ ਮਗਰ ਹੁੰਦੇ ਨੇ ਕਿਤੇ ਮੈਨੂੰ ਨਾ ਕਹਿ ਦਿਓ ਮੈਨੂੰ ਨਾ ਕਹਿ ਦਿਓ ਅਰਦਾਸ ਹੀ ਨਹੀਂ ਅਸੀਂ ਕਰਨੀ ਸਿੱਖੇ ਹੋਰ ਤਾਂ ਛੱਡੋ ਤੁਸੀਂ ਆਪਾਂ ਕੀ ਔਖਾ ਲੈ ਆ ਬੀਬੀਆਂ ਨੂੰ ਪੁੱਛ ਲਓ ਕਿੰਨੀਆਂ ਬੋਲੀਆਂ ਯਾਦ ਨੇ ਕਿੰਨਾ ਕੁਛ ਸਾਡੇ ਯਾਦ ਹੈ ਕਿੰਨੀਆਂ ਗੱਲਾਂ ਯਾਦ ਨੇ ਕਿੰਨੇ ਕਈ ਤਾਂ ਗਾਣੇ ਵੀ ਯਾਦ ਹੋਣਗੇ ਕਈਆਂ ਦੇ ਤੇ ਜੇ ਕਦੇ ਵੀ ਅਰਦਾਸ ਕਰ ਲਓ ਉਹ ਨਹੀਂ ਅਰਦਾਸ ਕਰਿਓ ਨਾ ਜੀ ਬਸ ਆਉਂਦੀ ਹੋਈ ਸਿੱਖਦੇ ਹੀ ਨਹੀਂ ਅਸੀਂ ਇਹ ਸਮਝਦੇ ਵੀ ਇਹਦਾ ਗੁਰਦੁਆਰੇ ਵਾਲੇ ਬਾਬੇ ਦਾ ਆਪਣਾ ਥੋੜੀ ਮੈਂ ਅਰਦਾਸ ਕਰਨ ਵਾਸਤੇ ਪਾਠ ਹੈ ਬਾਣੀ ਹੈ ਦਾ ਸੱਚ ਜਾਣਿਓ ਕਈਆਂ ਦਾ ਤਾਂ ਪਾਠੀ ਭੋਗ ਪਾਉਂਦਾ ਜਾ ਕੇ ਖੀਰ ਤੇ ਪਾਠੀ ਨਹੀਂ ਕਰਨਾ ਉਹਦਾ ਪਾਠ ਵੀ ਤੂੰ ਇੱਕ ਤਾਂ ਕਰ ਲੈ ਜ਼ਿੰਦਗੀ ਚ ਆਪਦਾ ਇੰਨਾ ਕੁ ਤਾਂ ਸਮਾਂ ਕੱਢ ਜਿਹਨੇ ਤੈਨੂੰ ਇੰਨੇ ਸਾਲ ਦਿੱਤੇ ਐ ਤੂੰ ਇੱਕ ਹਫ਼ਤਾ ਵੀ ਨਹੀਂ ਕੱਢ ਸਕਦਾ ਹਸਪਤਾਲਾਂ ਵਿੱਚ 2-2 ਮਹੀਨੇ ਮੰਜੇ ਤਾਂ ਪਿਆ ਰਹੂਗਾ ਤਾਂ ਬਾਣੀ ਨਹੀਂ ਪੜ੍ਹਦਾ ਵੀ ਚੱਲ ਤੂੰ ਮਹੀਨਾ ਕਹਿ ਕੇ ਰੱਖ ਲੈ ਵੀ 1 ਮਹੀਨਾ ਹੁਣ ਮੈਂ ਬਾਣੀ ਪੜ੍ਹਨੀ ਐ ਇੰਨੀ ਜ਼ਿੰਦਗੀ ਦਿੱਤੀ ਐ ਤੈਨੂੰ ਪ੍ਰਮਾਤਮਾ ਦਾ ਮਾੜੀ ਚੀਜ਼ ਤਾਂ ਨਹੀਂ ਇਹਦੇ ਚ ਕੁਛ ਹੈ ਤੂੰ ਇੱਕ ਤਾਂ ਕਰ ਲਾ ਆਪਦਾ ਹੀ ਕਰ ਲੈ ਚੱਲ ਮੇਰਾ ਭਲਾ ਹੋ ਜੇ ਇੱਕ ਪਾਠ ਤਾਂ ਕਰ ਲੈ ਸਾਰਾ ਕਹਿੰਦਾ ਨਾ ਜੀ ਕਹਿੰਦਾ ਬਸ ਕੋਈ ਨਹੀਂ ਬਾਬਾ ਹੀ ਕਰ ਦੇਗਾ ਨਾਲੇ ਬਾਬੇ ਨੂੰ ਗਾਲਾਂ ਕੱਢੀ ਜਾਣਗੀਆਂ ਨਾਲੇ ਪਾਠੀ ਨੂੰ ਗਾਲਾਂ ਕੱਢੀ ਉਹ ਵਿਚਾਰਾ ਫੇਰ ਅਰਦਾਸ ਕਰੀ ਜਾਂਦਾ ਮਹਾਰਾਜ ਨੂੰ ਬਖਸ਼ ਲਿਓ ਇਹਨੂੰ ਬਖਸ਼ ਲਿਓ ਆਖਰ ਅਰਦਾਸ ਕਿਹਨੇ ਕਰਨੀ ਹੁੰਦੀ ਹੈ ਭਲਾ ਪਾਠੀ ਨੇ ਪਿੰਡ ਵਾਲੇ ਗੁਰਦੁਆਰੇ ਵਾਲੇ ਕਰਦਾ ਨਾ ਉਹਨੇ ਉਸੇ ਨੇ ਅਰਦਾਸ ਕਰਨੀ ਹੈ ਨਾ ਗੁਰੂ ਸਾਹਿਬ ਅੱਗੇ ਤੇ ਉਹਨੂੰ ਤੁਸੀਂ ਦੇਖ ਲਓ ਵੀ ਆਪਾਂ ਕਿੰਨਾ ਕੁ ਸਤਿਕਾਰ ਮਾਣ ਦਿੰਦੇ ਆ
ਕਿੰਨਾ ਅਸੀਂ ਵੱਧ ਘੱਟ ਬੋਲਦੇ ਹਾਂ, ਕਿੰਨਾ ਉਹਨੂੰ ਦਬਕੇ ਸ਼ਬਕੇ ਵੀ ਮਾਰੇ ਉਹਨੇ। ਤੋ ਇਸ ਕਰਕੇ ਬਾਣੀ ਪੜੋ, ਨਾਮ ਜਪੋ, ਯਾਦ ਰੱਖੋ, ਆਪਣਾ ਇਤਿਹਾਸ ਪੜ੍ਹਿਆ ਕਰੋ। ਆਪਾਂ ਵੇਸਲੇ ਆ, ਲੋਕਾਂ ਨੂੰ ਤਾਂ ਪਤਾ ਵੀ ਇਹਨਾਂ ਦਾ ਖਤਮ ਕਰ ਦਿਓ ਸਾਰਾ ਕੁਛ। ਇਹ ਤਾਂ ਇਹਨਾਂ ਨੂੰ ਹੈ ਨਹੀਂ ਆਪਦੇ ਇਤਿਹਾਸ ਤੇ ਕਰੇ, ਇਹਨਾਂ ਦੀ ਤਾਂ ਨੌ ਜਿੰਨੀ ਕਦਰ ਨਹੀਂ ਹੈਗੀ। ਇਹ ਤਾਂ ਕਦੇ ਦੇ ਗਏ ਸਾਹਿਬਜ਼ਾਦੇ ਖੜ ਗਏ। ਆਪਾਂ ਕੀ ਲੈਣਾ? ਇਤਿਹਾਸ ਦੇ ਸਿਰ ਤੇ ਹੀ ਯਾਦ ਰੱਖਿਓ। ਸਾਨੂੰ ਸਾਰੀਆਂ ਸਾਡੀਆਂ ਮੰਗਾਂ, ਜੋ ਕੁਛ ਅਸੀਂ ਚਾਹੁੰਦੇ ਆ, ਸਾਰਾ ਕੁਝ ਸਾਨੂੰ ਇਤਿਹਾਸ ਦੇ ਸਿਰ ਤੇ ਮਿਲੂਗਾ। ਜਿੱਦੇ ਮਿਲਿਆ ਨਹੀਂ ਲੈ ਸਕਦਾ ਕੋਈ, ਇੰਨੀ ਹਿੰਮਤ ਹੀ ਨਹੀਂ ਆ ਸਕਦੀ। ਇਤਿਹਾਸ ਨੇ ਸਾਡਾ ਇਤਿਹਾਸ ਹੈ ਨਾ, ਖੂਨ ਡੋਲਤਾ ਜਿਹੜਾ, ਜਦ ਅਸੀਂ ਉਸ ਲੈਣ ਤੇ ਆ ਗਏ ਉਦੋਂ ਬਖਸ਼ ਆਉਣਗੇ। ਨਹੀਂ ਬਹੁਤ ਮੁਸ਼ਕਿਲ। ਅਸੀਂ ਗੁਰੂ ਸਾਹਿਬ ਤੋਂ ਪਿੱਛੇ ਆ, ਬਾਣੀ ਤੋਂ ਪਿੱਛੇ ਆ। ਅਸੀਂ ਕਹਿੰਦੇ ਅਸੀਂ ਬਹੁਤ ਸਿਆਣੇ ਆ, ਸਾਡੇ ਕੋਲ ਆਪਦੀ ਮੱਤ ਬਥੇਰੀ ਆ, ਬਾਣੀ ਤਾਂ ਕੁਛ ਹੋਰ ਹੀ ਕਹਿੰਦੀ ਹੈ, ਇਹ ਤਾਂ ਨਹੀਂ ਅਸੀਂ ਕਰ ਸਕਦੇ। ਅਸੀਂ ਆਪਦੇ ਹਿਸਾਬ ਨਾਲ ਸਿਆਣੇ ਬਣ ਕੇ ਅਸੀਂ ਕਰਕੇ ਦਿਖਾਵਾਂਗੇ। ਆਪਦੇ ਕਰਿਆਂ ਚੋਂ ਰੋਣਾ ਹੀ ਨਿਕਲਦਾ। ਇੱਕ ਨੇ ਹੀ ਦਾਤ ਆਪਸ ਵਿੱਚ ਜੋ ਪਾਈ। ਅਸੀਂ ਕਹਿੰਦੇ ਮੈਂ ਹੀ ਐ ਕਰ ਲੂੰ, ਮੈਂ ਹੀ ਏਦਾਂ ਕਰਦਾ, ਮੈਂ ਬਥੇਰਾ ਸਿਆਣਾ, ਜੇ ਮੈਂ ਬਾਣੀ ਦੇ ਅਨੁਸਾਰ ਚੱਲ ਪਿਆ ਤੇ ਮੇਰੇ ਤਾਂ ਪੱਲੇ ਹੀ ਕੱਖ ਨਹੀਂ ਰਹਿਣਾ, ਮੈਂ ਤਾਂ ਫੇਲ ਹੋ ਜਾਊਂ। ਅਜੇ ਉਹ ਗੱਲਾਂ ਆਈਆਂ, ਅਜੇ ਉਹ ਸੈੱਲ ਪੈਦਾ ਨਹੀਂ ਹੋਏ। ਆਓ ਗੁਰੂ ਸਾਹਿਬ ਕਿਰਪਾ ਹੀ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ। ਆਪਣਾ ਇਤਿਹਾਸ ਪੜ੍ਹਿਆ ਕਰੋ, ਸੁਣਿਆ ਕਰੋ, ਵਿਚਾਰਿਆ ਕਰੋ। ਵੈਸੇ ਤਾਂ ਅੱਜ ਕੱਲ੍ਹ ਪ੍ਰਚਾਰ ਦਾ ਬੜੇ ਸਾਧਨ, ਬਹੁਤ ਸਾਧਨ ਹੋ ਗਏ। ਅੱਜ ਕੱਲ੍ਹ ਅਸੀਂ ਮੋਬਾਇਲ ਤੋਂ ਹੀ ਬੜਾ ਕੰਮ ਲੈ ਸਕਦੇ ਹਾਂ। ਜੇ ਸਿੱਧੇ ਪਾਸੇ ਦਾ ਲਈਏ ਤਾਂ ਇਹਦੇ ਵਿੱਚ ਬਾਣੀ ਵੀ ਆ, ਇਤਿਹਾਸ ਵੀ ਆ, ਸਾਰਾ ਕੁਛ ਪੜ੍ਹ ਕੇ ਦੇਖੋ। ਬੜੇ ਵਿਦਵਾਨ ਜਿਹੜੇ ਹੈਗੇ ਨੇ, ਉਹਨਾਂ ਦੇ ਕੋਲੋਂ ਸਾਧੂ ਸੰਤਾਂ ਮਹਾਂਪੁਰਸ਼ਾਂ ਨੂੰ ਅੱਜ ਅਸੀਂ ਘਰੇ ਬੈਠੇ ਸੁਣ ਸਕਦੇ ਹਾਂ। ਗੱਲ ਤਾਂ ਮਨ ਦੇ ਗਾਹਕ ਦੀ ਹੈ। ਮਨ ਦੇ ਵਿੱਚ ਉਹ ਚੀਜ਼, ਉਹ ਚੋਗਾ ਖਾਣਾ ਜਿਹਦਾ ਇਹ ਗਾਹਕ। ਜਿਵੇਂ ਸੰਸਾਰ ਹੈ ਨਾ, ਸੰਸਾਰ ਦੇ ਵਿੱਚੋਂ ਅਸੀਂ ਉਹ ਚੀਜ਼ ਚੁਣਦੇ ਹਾਂ ਜਿਹੜੀ ਸਾਡਾ ਮਨ ਚਾਹੁੰਦਾ। ਸ਼ਰਾਬ ਵੀ ਇੱਥੇ ਬਥੇਰੀ ਵਿਕਦੀ ਹੈ, ਮੱਛੀ ਵੀ ਤੜਕੀ ਪਈ ਹੁੰਦੀ ਹੈ ਤੜਕਾ ਲਾ ਕੇ, ਆਂਡੇ ਵੀ ਐਂ ਉਬਾਲ ਕੇ ਰੱਖੇ ਪਏ ਹੁੰਦੇ ਨੇ। ਉਹ ਵੀ ਚੀਜ਼ਾਂ ਹੈਗੀਆਂ ਨੇ, ਚੰਗੀਆਂ ਚੀਜ਼ਾਂ ਵੀ ਹੈਗੀਆਂ, ਗੁਰੂ ਘਰ ਵੀ ਹੈਗੇ ਨੇ, ਉੱਥੇ ਜਾ ਕੇ ਦਰਸ਼ਨ ਵੀ ਕਰ, ਸਤਸੰਗ ਵੀ ਹੁੰਦੇ ਨੇ ਇੱਥੇ। ਇਸੇ ਤਰ੍ਹਾਂ ਜਿਸ ਪਾਸੇ ਮਨ ਗਾਹਕ ਹੋਊਗਾ ਇਹ ਉਸ ਪਾਸੇ ਤੁਰ ਜਾਊਗਾ, ਜਿਹੜੇ ਪਾਸੇ ਦੀ ਨੂੰ ਭੁੱਖ ਹੋਊਗੀ ਉਸ ਪਾਸੇ ਤੁਰ ਜਾਊਗਾ। ਇਸੇ ਤਰ੍ਹਾਂ ਹੀ ਮੋਬਾਈਲ ਹੈ, ਮੋਬਾਈਲ ਦੇ ਵਿੱਚ ਵੀ ਸਾਰਾ ਕੁਛ ਹੈ। ਇਹਨੇ ਉਹ ਚੋਗਾ ਚੁਗਣਾ ਵਿੱਚੋਂ ਜਿਹਦਾ ਇਹ ਗਾਹਕ। ਜੈਸੀ ਭੂਖ ਤੈਸੀ ਕਾ ਭੂਖ, ਜਿਹੋ ਜੀ ਭੁੱਖ ਹੈ, ਮਾੜਾ ਖਾਣਾ ਹੈ, ਮਾੜੀ ਚੀਜ਼ ਚੁਣ ਲੂਗਾ। ਚੰਗਾ ਹੈ, ਚੰਗਾ ਵੀ ਬੜਾ। ਕਿੰਨੇ ਕਥਾ ਕੀਰਤਨ, ਸਾਰੀ ਗੁਰਬਾਣੀ, ਕਥਾ ਸਮੇਤ ਗੁਰੂ ਗ੍ਰੰਥ ਸਾਹਿਬ ਕਥਾ ਅੱਗੇ ਲੱਭਦੇ ਫਿਰਦੇ ਹੁੰਦੇ। ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣਾ ਦੇ ਮੈਨੂੰ, ਤੇ ਹੁਣ ਤੁਸੀਂ ਕਥਾ ਸੁਣ ਲਓ, ਸਾਰੀ ਕਥਾ ਸੁਣ ਲਓ, ਘਰੇ ਬਹਿ ਕੇ ਸੁਣ ਲਓ, ਜੇਬ ਚ ਪਾ ਕੇ ਸੁਣ ਲਓ, ਤੁਰੇ ਜਾਂਦੇ ਸੁਣ ਲਓ, ਨਹੀਂ ਬੈਠੇ ਜਾਂਦਾ। ਪਰ ਗਾਹਕ, ਜੇ ਮਨ ਗਾਹਕ ਹੋਵੇ ਤਾਂ ਹੀ ਹੈ। ਮਨ ਜਿਹੜੀ ਚੀਜ਼ ਦਾ ਗਾਹਕ ਹੈ ਉਹ ਚੀਜ਼ ਸੁਣ ਲਊਗਾ। ਆ ਬਥੇਰੀ ਦੁਨੀਆ ਚ ਗਾਣੀ ਲਾਈ ਫਿਰਦੀ, ਕੰਨਾਂ ਚ ਪਾ ਲੈਂਦੇ ਨੇ, ਗਾਣੇ ਸੁਣੀ ਜਾਂਦੇ, ਕੋਈ ਕੁਛ ਸੁਣੀ ਜਾਂਦੇ। ਪਰ ਹਾਂ, ਜਿਹੋ ਜਿਹਾ ਬੀਜੂਗਾ ਉਹੋ ਜਿਹਾ ਵੱਢ ਜਾਊਗਾ। ਮਾੜਾ ਸੁਣੂਗਾ, ਮਾੜੇ ਫਲ ਆਉਣਗੇ ਮੂਹਰੇ। ਫਿਰ ਤਿਆਰ ਰਵੇ ਭੋਗਣ ਨੂੰ। ਜੈਸਾ ਬੀਜੇਗਾ ਵੱਢੇਗਾ, ਮਨਾ ਮੇਰੇ ਆ ਉਹ ਫਲ ਤੇਰੇ ਕਰਮਾਂ, ਫਲ ਤੇਰੇ ਕਰਮਾਂ। ਜੈਸਾ ਸੁਣੂਗਾ, ਜੈਸਾ ਅੰਦਰ ਜਾਏਗਾ, ਉਹ ਜਿਹਾ ਅਸਰ ਹੋਊਗਾ, ਉਹ ਜਿਹੇ ਕੰਮ ਕਰੂਗਾ, ਉਹਦਾ ਰਿਜ਼ਲਟ ਆ ਜਾਊਗਾ। ਚੰਗਾ ਸੁਣੇਗਾ, ਚੰਗੇ ਖਿਆਲ ਬਣਨਗੇ, ਨਿਰਮਲ ਹੋ ਜਾਊਗਾ। ਪਹਿਲਾਂ ਕੋਈ ਮਾੜੇ ਖਿਆਲ ਵੀ ਹੈ ਉਹ ਧੋਤੇ ਜਾਣਗੇ, ਸਾਫ਼ ਹੋ ਜਾਣਗੇ, ਸੋਹਣਾ ਜੀਵਨ ਬਣ ਜਾਏਗਾ। ਜੀਵਨ ਬਹੁਤ ਸੁੰਦਰ ਬਣ ਜਾਂਦੇ ਨੇ। ਸੁਣ ਕੇ ਤਾਂ ਮਹਾਰਾਜ ਕਹਿੰਦੇ, ਸੁਣਿਆ 68 ਕਾ ਇਸ਼ਨਾਨ, 68 ਤੀਰਥਾਂ ਦੇ ਤੀਰਥ ਤੇ ਇਸ਼ਨਾਨ ਕਰਕੇ ਵੀ ਇੰਨਾ ਪਵਿੱਤਰ ਨਹੀਂ ਹੁੰਦਾ ਜਿੰਨਾ ਸੁਣ ਕੇ ਹੋ ਜਾਂਦਾ। ਸੁਣੀ ਜਾਵੇ, ਸੁਣੀ ਜਾਵੇ,
सुनिया 68 का इशनान, सुनिया पढ़ पढ़ पावै मान, सुनिया लागै सहज ध्यान, नानक भगता सदा विगास, सुनिया दुख पाप का भुल्लां चुक्कां दी मुआफी। समा हो गया विसाखी के दिहाड़े नूं समर्पित आपां उस तरह दीयां विचारां रखियां ने, किवें अमृत दा बाटा तैयार किया गया। अगे कलगीधर पातशाह महाराज ने अमृत छक के सारा परिवार ही साडे उत्तों दी वार दित्ता अते अमृत ओ दात सानू दे दित्ती सदा लई अमर जीवन वास्ते, सारे पाप धोण वास्ते कि अमृत छको अमृत पियो सदा चिर जियो, हर सिमरत अनंत अनंता। अमृत पियो, फिर सुन लो, ध्यान नाल सुन लो, बचन समाप्ति करदे की महाराज ने शब्द दिते ने जिहड़े इन्हां नूं विचार कर लियो। अमृत पियो सदा चिर जीवो। एक दा जिउणा आपां ये सदा नहीं हैगा, ये तां मुक्या लो तेल दी ਵੇਚ, ਇਹ ਤਾਂ ਗਿਆ समझो, ਇਹਨੇ नहीं सदा रहना, ना शरीर ने रहना ना इस जीवन ने रहना, सदा एक जीवन होर मिलना, ओ सद सद जीवन आ, फिर जिउंदा ही रहेगा, मरेगा नहीं। हुण आपां की समझदे आ, ले शरीर छड्ड के फूक के दावांगे इहनूं इत्थे, ये तां मर गया नाले अमृत छकिया होया असीं अजे इत्थे ही खड़े आ। असीं ओह गल नूं साडा जिहड़ा हैगा ना बुद्ध उस चीज़ नूं फड़ नहीं रही जिथे महाराज कह रहे ने अमृत पियो सदा चिर जियो। भी किहड़ी चीज़ ने सदा जिउणा है, किने रहना, ऐस दी कुंडी नहीं खुलदी, ये खुलूगी कमाई करके बैठ के जब भजन करोगे सिमरन करोगे ना उहदे विचों ये चीज़ निकलेगी। जिवें बीज दे विचों दरख्त निकले आउंदा ना, जदों गिल च दबांगे उदी निकलूगा ना। ऊं तां गल्लां नाल तां बी पए ने, ऊं तां कणक पई है, छोले पे ने, ऊं तां बीज पे ने, पर जदों असीं गिल च दबांगे रुत अनुसार उदों इहदे विचों दरख्त पैदा होगा। सचमुच जदों सिमरन करोगे ना बह के, इस सिमरन दे विचों पैदा होना। आ जिहड़ा है ना अमृत पियो सदा चिर जियो, हर सिमरत अनंत अनंता। सिमरन दे नाल सिमरन करया करो, वध तो वध सिमरन करया करो, जिन्ना भी हुंदा है। कलयुग दे विच है ही सिमरन बस। महाराज कहंदे एक नाम बोहो बोहो अनंत नाही नाही मत परम पुलो पुलो पुलो। इन्नी हाजरी प्रवान करो। समा विचार अगे दी अगे वधदी जांदी है। सारे प्यार नाल फतेह बल्ला वाहिगुरू जी का खालसा राम।